ਸਮੂਹ ਦਰਸ਼ਕਾਂ ਦਾ ਪ੍ਰੋਗਰਾਮ ਆਵਾਜ਼ੇ ਪੰਜਾਬ 'ਚ ਸਵਾਗਤ ਹੈ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ ਤੁਸੀਂ ਇਹਨਾਂ ਪ੍ਰੋਗਰਾਮਾਂ 'ਚ ਜੁੜਦੇ ਹੋ। ਤਹਿ ਦਿਲੋਂ ਸ਼ੁਕਰੀਆ ਤੁਹਾਡੇ ਭਰਪੂਰ ਹੁੰਗਾਰੇ ਲਈ। ਵੱਖ-ਵੱਖ ਵਿਸ਼ਿਆਂ ਤੇ ਇਹਨਾਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਂਦਾ। ਸਾਡਾ ਯਤਨ ਇਹ ਹੁੰਦਾ ਹੈ ਕਿ ਮੌਜੂਦਾ ਮੁੱਦੇ ਜਿਹੜੇ ਹਨ ਉਹਨਾਂ ਨੂੰ ਸਾਂਝਾ ਕਰੀਏ, ਸਮੇਂ ਦੇ ਹਾਲਾਤ ਦੇ ਬਾਰੇ ਗੱਲਬਾਤ ਕਰੀਏ, ਉਹਦੇ ਨਾਲੋਂ ਨਾਲ ਜਿਹੜੀਆਂ ਇਤਿਹਾਸਕ ਮਹੱਤਤਾਵਾਂ ਉਹਨਾਂ ਦੀ ਗੱਲ ਜਾਂ ਦਿਨਾਂ ਦੇ ਉੱਪਰ ਵਿਸ਼ੇਸ਼ ਤੌਰ 'ਤੇ ਜੋ ਅਸੀਂ ਉਹਨਾਂ ਦੀ ਖਾਸੀਅਤ ਹੈ ਉਸ ਨੂੰ ਮੂਹਰੇ ਰੱਖ ਕੇ ਉਸ ਦੀ ਪਿੱਠ ਭੂਮੀ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਬਾਰੇ ਵੀ ਗੱਲਬਾਤ ਕੀਤੀ ਜਾਵੇ। ਇਹਨਾਂ ਦੇ ਰਾਹੀਂ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਸ਼ਬਦਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਵਿਸ਼ਿਆਂ ਤੱਕ ਨਾ ਸੀਮਤ ਕਰਕੇ ਕਿ ਜਿਹੜੇ ਰੂੜੀਵਾਦੀ ਨੇ ਉੱਥੋਂ ਤੱਕ ਸੀਮਤ ਕਰਕੇ ਰਹੀਏ, ਬਲਕਿ ਥੋੜ੍ਹਾ ਫੈਲਾਉਣ ਦੀ ਕੋਸ਼ਿਸ਼ ਕਰੀਏ। ਅਜਿਹੀ ਗੱਲਬਾਤ ਹੀ ਹੈ ਕਿ ਮਈ ਦਾ ਮਹੀਨਾ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖਾਸ ਕਰ ਏਸ਼ੀਅਨ ਲੋਕਾਂ ਨੂੰ ਪੀੜਤ ਉਹ ਲੋਕ ਜਿਹੜੇ ਰੰਗਾਂ ਨਸਲਾਂ ਦੇ ਵਿਤਕਰਿਆਂ ਦਾ ਸਾਹਮਣਾ ਕਰ ਰਹੇ ਨੇ, ਜਾਂ ਉਹ ਲੋਕ ਜਿਹੜੇ ਅੱਜ ਵੀ ਇਹਨਾਂ ਦਿਨਾਂ 'ਚ ਕਰੋਨਾ ਵਾਇਰਸ ਦੇ ਨਾਂ 'ਤੇ ਜਿਨ੍ਹਾਂ ਨਾਲ ਨਫ਼ਰਤ ਪੇਸ਼ ਕੀਤੀ ਜਾ ਰਹੀ ਹੈ, ਉਹਨਾਂ ਦੇ ਪ੍ਰਤੀ ਬੇਹੁਦਗੀ ਸਾਹਮਣੇ ਆ ਰਹੀ ਹੈ। ਕਿਤੇ ਵੱਖ-ਵੱਖ ਮੁਲਕਾਂ ਦੇ ਵਿੱਚ, ਕਿਤੇ ਮੁਲਕਾਂ ਦੇ ਰਾਸ਼ਟਰਾਂ ਦੇ ਆਗੂਆਂ ਦੇ ਵੱਲੋਂ ਟਿੱਪਣੀਆਂ ਕਰਕੇ ਜਾਂ ਫਿਰ ਲੋਕਾਂ ਦੇ ਲੋਕਲ ਪੱਧਰ ਦੇ ਲੋਕਾਂ ਦੇ ਵਿੱਚ ਇਸ ਕਿਸਮ ਦੀ ਸੋਚ ਪਾਈ ਜਾ ਰਹੀ ਹੈ। ਸੋ ਉਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਅੱਜ ਵਿਚਾਰ ਚਰਚਾ ਸਾਂਝੀ ਕਰਾਂਗੇ। ਖਾਸ ਕਰ ਸਾਡੇ ਮਹਿਮਾਨ ਗੁਰਪ੍ਰੀਤ ਸਿੰਘ ਜੀ ਇਹਨਾਂ ਵਿਸ਼ਿਆਂ ਨੂੰ ਲੈ ਕੇ ਹਾਜ਼ਰ ਨੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰੂਦਰ ਸਿੰਘ ਜੀ, ਪ੍ਰੋਗਰਾਮ ਸ਼ਾਮਲ ਕਰਨ ਲਈ ਮਿਹਰਬਾਨੀ। ਧੰਨਵਾਦ ਜੀ। ਗੁਰਪ੍ਰੀਤ ਸਿੰਘ ਜੀ, ਜਿਹੜਾ ਮਈ ਮਹੀਨਾ ਇਸ ਦੀ ਆਪਣੀ ਇੱਕ ਵਿਸ਼ੇਸ਼ਤਾ। ਵੈਸੇ ਤਾਂ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਹਰ ਦਿਨ ਦੇ ਬਾਰੇ ਕੋਈ ਨਾ ਕੋਈ ਆਪਣੇ ਖਾਸ ਦਿਨ ਨਿਯਤ ਕਰਨ ਬਾਰੇ ਵਿਚਾਰ ਦਿੰਦੀ ਹੈ। ਜਿਵੇਂ ਅਸੀਂ ਪਿਛਲੇ ਦਿਨਾਂ 'ਚ ਮਦਰ ਡੇ, ਮਾਂ ਦੇ ਦਿਵਸ ਨੂੰ ਮਨਾਇਆ, ਬਹੁਤ ਸਾਰੇ ਭਾਵਨਾਤਮਕ ਸਾਂਝ ਦਾ ਪ੍ਰਗਟਾਵਾ ਹੋਇਆ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਦਿਨ ਕੇਵਲ ਉਦਣ ਹੀ ਉਸ ਵਿਅਕਤੀ ਦੀ ਜ਼ਰੂਰਤ ਹੈ। ਜ਼ਰੂਰਤ ਤਾਂ ਹਮੇਸ਼ਾ ਹੀ ਰਹਿੰਦੀ ਹੈ। ਇਸੇ ਤਰੀਕੇ ਨਾਲ ਜਿਹੜੇ ਦਬੇ ਕੁਚਲੇ ਲੋਕ ਆ ਉਹਨਾਂ ਦੇ ਲਈ ਹੱਕ, ਸੱਚ ਅਤੇ ਇਨਸਾਫ ਦੀ ਲੋੜ ਤਾਂ ਸਦਾ ਹੀ ਰਹਿੰਦੀ ਹੈ। ਪਰ ਫਿਰ ਵੀ ਇਹਨਾਂ ਮਹੀਨੇ ਅਤੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਖਾਸ ਤੌਰ 'ਤੇ ਵਿਚਾਰਾਂ ਦਾ ਕੇਂਦਰ ਬਿੰਦੂ ਬਣਾਇਆ ਜਾਂਦਾ। ਸੋ ਥੋੜ੍ਹਾ ਜਿਹਾ ਇਸ ਦੇ ਪਿਛੋਕੜ ਬਾਰੇ ਜਾਣਕਾਰੀ ਦਿਓ ਤਾਂ ਕਿ ਅਸੀਂ ਇਸ ਦੇ ਅਗਾਂਹ ਗੱਲ ਤੋਰ ਸਕੀਏ। ਦੇਖੋ, ਗੱਲ ਅਸਲ ਜਿਹੜਾ ਮਈ ਦਾ ਮਹੀਨਾ ਇਸ ਨੂੰ ਏਸ਼ੀਅਨ ਹੈਰੀਟੇਜ ਮੰਥ ਘੋਸ਼ਿਤ ਕੀਤਾ ਗਿਆ। ਦਰਅਸਲ ਮਕਸਦ ਇਹ ਸੀਗਾ ਕਿ ਏਸ਼ੀਆਈ ਲੋਕਾਂ ਦੀ ਜਿਹੜਾ ਇਤਿਹਾਸ ਹੈ, ਉਹਨਾਂ ਦੀ ਵਿਰਾਸਤ ਹੈ, ਉਸ ਦੇ ਬਾਰੇ ਪ੍ਰਚਾਰਿਆ ਜਾਵੇ, ਲੋਕੀ ਜਾਣੂ ਹੋਣ ਕਿ ਮਈ ਮਹੀਨੇ ਦੌਰਾਨ ਇੱਕ ਵਕਤ ਹੋਵੇ ਜਦੋਂ ਏਸ਼ੀਆਈ ਲੋਕਾਂ ਦੇ ਇਤਿਹਾਸ ਦੇ ਉੱਤੇ ਲੋਕੀ ਉਚੇਚੇ ਤੌਰ 'ਤੇ ਧਿਆਨ ਦੇ ਕੇ ਨਿੱਠ ਕੇ ਪੜ੍ਹਨ। ਜਿਵੇਂ ਅਪ੍ਰੈਲ ਦਾ ਮਹੀਨਾ ਜਿਹੜਾ ਹੈ ਸਿੱਖ ਵਿਰਾਸਤੀ ਮਹੀਨਾ ਮੰਨਿਆ ਗਿਆ, ਕਿਉਂਕਿ ਉਹਦਾ ਤਾਂ ਸਿੱਧਾ ਹੀ ਹੈ ਕਿ ਵਿਸਾਖੀ ਦਾ ਵੀ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀਗਾ। ਬਿਲਕੁਲ ਇਸੇ ਤਰ੍ਹਾਂ ਦਲਿਤ ਹਿਸਟਰੀ ਮੰਥ ਦੇ ਤੌਰ 'ਤੇ ਵੀ ਲੋਕੀ ਕਈ ਵਾਰੀ ਉਹਨੂੰ ਮੰਨਦੇ ਅਪ੍ਰੈਲ ਦੇ ਮਹੀਨੇ ਨੂੰ, ਕਿਉਂਕਿ ਅੰਬੇਦਕਰ ਦਾ ਜਨਮ ਹੋਇਆ ਇਸ ਤਰ੍ਹਾਂ। ਮਈ ਦੀ ਵੀ ਕੁਝ ਇਸ ਤਰ੍ਹਾਂ ਦੀ ਵਿਸ਼ੇਸ਼ਤਾਵਾਂ ਨੇ। ਪਰ ਮਈ ਦੇ ਮਹੀਨੇ ਦੌਰਾਨ ਜਿਹੜਾ ਐਤਕੀ ਵਿਚਾਰਨ ਵਾਲੀ ਗੱਲ ਆ, ਜਿਵੇਂ ਤੁਸੀਂ ਬਹੁਤ ਖੂਬਸੂਰਤੀ ਨਾਲ ਕਿਹਾ ਕਿ ਵੀ ਇਹ ਨਹੀਂ ਹੁੰਦਾ ਕਿ ਸਿਰਫ ਉਸੇ ਦਿਨ, ਉਸੇ ਮਹੀਨੇ, ਉਸੇ ਹਫ਼ਤੇ ਉਹ ਗੱਲ ਹੋਵੇ। ਜੀ, ਇਹੋ ਜਿਹੇ ਦੀਆਂ ਜਿਹੜੇ ਵਾਰਤਾਲਾਪ ਨੇ ਉਹਦੀ ਲੋੜ ਤਾਂ ਸਦਾ ਹੀ ਰਹੂਗੀ। ਬਿਲਕੁਲ। ਇਸ ਵੇਲੇ ਹੁਣ ਸਬਬ ਨਾਲ ਕੀ ਹੋਇਆ ਕਿ ਏਸ਼ੀਆਈ ਹੈਰੀਟੇਜ ਮੰਥ ਬਣਾਇਆ ਜਾਵੇ ਇੱਕ ਪਾਸੇ, ਦੂਸਰੇ ਪਾਸੇ ਏਸ਼ੀਆਈ ਮੂਲ ਦੇ ਜਿਹੜੇ ਲੋਕ ਨੇ ਉਹ ਇਸ ਵੇਲੇ ਨਸਲਵਾਦ ਦਾ ਸਾਹਮਣਾ ਕਰ ਰਹੇ ਨੇ। ਹੋਇਆ ਇੱਦਾਂ ਕਿ ਕਰੋਨਾ ਵਾਇਰਸ ਬਿਮਾਰੀ ਜਿਹੜੀ ਹੈ ਜਦੋਂ ਚੀਨ ਤੋਂ ਸ਼ੁਰੂ ਹੋਈ, ਅੱਜ ਅਸੀਂ ਵੇਖਦੇ ਹਾਂ ਕਿ 3 ਲੱਖ ਦੇ ਲਾਗੇ ਚਾਗੇ ਮੌਤਾਂ ਹੋ ਚੁੱਕੀਆਂ ਨੇ। ਜਦੋਂ ਅਸੀਂ ਗੱਲ ਕਰ ਰਹੇ 3 ਲੱਖ ਨੂੰ ਆંકੜਾ ਜਿਹੜਾ ਹੈ ਪਹੁੰਚਣ ਵਾਲਾ, ਹੋ ਸਕਦਾ ਕਿ ਜਦੋਂ ਤੱਕ ਗੱਲ ਸਾਡੀ ਮੁਕੰਮਲ ਹੋਵੇ ਜੀ ਤੇ ਉਦੋਂ 3 ਲੱਖ ਤੋਂ ਉੱਪਰ ਵੀ ਆંકੜਾ ਪਹੁੰਚ ਜਾਵੇ ਜੀ। ਸੋ ਵੁਹਾਨ ਤੋਂ ਇਹ ਬਿਮਾਰੀ ਸ਼ੁਰੂ ਹੋਈ, ਚੀਨ ਤੋਂ ਦੁਨੀਆ ਭਰ 'ਚ ਫੈਲ ਗਈ, ਔਰ ਫੈਲੀ ਇਸ ਕਰਕੇ ਕਿ ਰੋਕਥਾਮ ਲਈ ਚੰਗੇ ਕਦਮ ਨਹੀਂ ਚੁੱਕੇ ਗਏ। ਹਾਲਾਂਕਿ ਤਾੜਨਾ ਕੀਤੀ ਗਈ ਸੀ ਵੀ ਹੋ ਸਕਦਾ ਇਸ ਤਰ੍ਹਾਂ ਕੁਝ ਹੋਵੇ, ਨਹੀਂ ਕਦਮ ਚੁੱਕੇ ਗਏ। ਹੋਇਆ ਕੀ ਕਿ ਪਸ਼ੂ ਬਿਰਤੀ ਸਾਡੇ ਵਿੱਚ ਹੈ। ਅਸੀਂ ਕਈ ਵਾਰੀ ਕੋਈ ਦੁਸ਼ਮਣ ਜਿਹੜਾ ਹੈ ਉਹ ਘੜ ਲੈਂਦੇ ਹਾਂ ਕਿ ਫਲਾਂ ਵਿਅਕਤੀ ਮੇਰੀ ਜ਼ਿੰਦਗੀ ਨੁਕਸਾਨ ਇਹਦੇ ਕਰਕੇ ਹੋਇਆ। ਕਮਜ਼ੋਰੀਆਂ ਆਪਣੀ ਲੁਕਾਉਣ ਲਈ ਅਸੀਂ ਕੋਈ ਦੁਸ਼ਮਣ ਘੜ ਲੈਂਦੇ ਹਾਂ, ਔਰ ਸਾਡੇ ਸਿਆਸੀ ਲੀਡਰ ਇਹੋ ਚੀਜ਼ ਦਾ ਫਾਇਦਾ ਚੁੱਕਦੇ, ਬੇਚੈਨੀ ਦਾ, ਡਰ ਦਾ। ਉਹੀ ਕੁਝ ਹੋਇਆ ਜਦੋਂ ਇਹ ਵਾਇਰਸ ਚਾਹੇ ਚੀਨ ਤੋਂ ਸ਼ੁਰੂ ਹੋਇਆ। ਇਸ ਵਾਇਰਸ ਨੂੰ ਫਿਰ ਵੀ ਚਾਈਨਾ ਵਾਇਰਸ ਕਹਿ ਕੇ ਪ੍ਰਚਾਰਿਆ ਗਿਆ ਜੀ। ਪ੍ਰੋਵਿੰਸ ਅਖਬਾਰ ਨੇ ਹੈਡਲਾਈਨ ਲਾਈ, ਡੋਨਾਲਡ ਟਰੰਪ ਤਾਂ ਹੁਣ ਤੱਕ ਇਸ ਨੂੰ ਚਾਈਨਾ ਵਾਇਰਸ ਕਹਿ ਰਹੇ ਨੇ। ਈਵਨ ਇੱਕ ਪੱਤਰਕਾਰ ਸਵਾਲ ਪੁੱਛ ਰਿਹਾ ਸੀ ਬੀਤੇ ਦਿਨ, ਜਦੋਂ ਔਰਤ ਪੱਤਰਕਾਰ ਸਵਾਲ ਕਰ ਰਹੀ ਸੀ ਕਿ ਇਹ ਜੋ ਅਮਰੀਕਾ ਦੇ ਵਿੱਚ ਹਾਲਤ ਹੈ, ਜਿਸ ਤਰ੍ਹਾਂ ਮਰ ਰਹੇ ਨੇ ਲੋਕ, ਤੇ ਉਹਨੂੰ ਕਹਿ ਰਿਹਾ ਕਿ ਜਾ ਕੇ ਚਾਈਨਾ ਤੋਂ ਪੁੱਛ। ਉਹ ਖਾਸ ਕਰਕੇ ਉਹ ਚਾਈਨੀ ਔਰਤ, ਜਦੋਂ ਉਹਨੇ ਦੁਬਾਰਾ ਕਿਹਾ ਕਿ ਤੂੰ ਮੈਨੂੰ ਸੰਬੋਧਿਤ ਕਰਕੇ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਤਾਂ ਖੁਦ ਚਾਈਨੀ ਆ, ਤੂੰ ਕਹਿੰਦਾ ਜੀ ਅਗਲਾ ਸਵਾਲ, ਬਸ ਪ੍ਰੈਸ ਕਾਨਫਰੰਸ ਬੰਦ, ਜਾਓ ਘਰਾਂ ਨੂੰ। ਇਹ ਜਿਸ ਤਰ੍ਹਾਂ ਦੀ ਇਸ ਕਿਸਮ ਦੀ ਬੁਲਿੰਗ ਅਪਰੋਚ ਹੈ, ਇਹ ਤਾਂ ਬੜੀ ਖਤਰਨਾਕ ਹੈ। ਬਿਲਕੁਲ। ਔਰ ਸਿੱਖ ਭਾਈਚਾਰਾ ਇਸ ਦਰਦ ਨੂੰ, ਸਿੱਖ ਭਾਈਚਾਰੇ ਤੋਂ ਬਿਹਤਰ ਕੌਣ ਸਮਝ ਸਕਦਾ। ਹਾਂਜੀ, ਤੁਸੀਂ ਵੇਖੋ 1984 'ਚ 2 ਸਿੱਖਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ, ਸਾਰੇ ਭਾਈਚਾਰੇ ਨੂੰ ਇੱਕੋ ਰੱਸੇ ਬੰਨ੍ਹ ਕੇ ਸਜ਼ਾ ਦਿੱਤੀ ਗਈ। ਮਤਲਬ ਕਹਿੰਦਾ ਇਸੇ ਕਰਕੇ ਤੁਸੀਂ ਦੇਖਿਆ ਹੋਣਾ ਕਿ ਜਦੋਂ UN ਦੇ ਸੈਕਟਰੀ ਜਨਰਲ ਨੇ ਬਿਆਨ ਦਿੱਤਾ
ਕਿ ਜਿੱਥੇ ਕਰੋਨਾ ਵਾਇਰਸ ਫੈਲਿਆ ਉਸ ਦੇ ਨਾਲ ਹੀ ਕਰੋਨਾ ਵਾਇਰਸ ਦੀ ਆੜ ਹੇਠਾਂ ਨਸਲੀ ਨਫ਼ਰਤ ਵੀ ਵਧੀ ਹੈ। ਹਾਂ, ਲੋਕਾਂ ਨੂੰ, ਭਾਈਚਾਰਿਆਂ ਨੂੰ ਵੱਖ-ਵੱਖ ਟਾਰਗੇਟ ਕੀਤਾ ਜਾ ਰਿਹਾ ਜੀ ਚੀਨ ਦਾ ਤਾਂ ਚਲੋ ਬਹਾਨਾ ਬਣ ਗਿਆ ਕਿ ਵੁਹਾਨ 'ਚ ਸ਼ੁਰੂ ਹੋਈ ਸੀ, ਜੀ ਪਰ ਇੱਥੋਂ ਤੱਕ ਕਿ ਅਮਰੀਕਾ 'ਚ ਤਾਂ ਇਹ ਵੀ ਹੋ ਰਿਹਾ ਕਿ ਯਹੂਦੀਆਂ ਦੇ ਉੱਤੇ ਦੇ ਖਿਲਾਫ ਜ਼ਹਿਰ ਜਿਹੜੀ ਹੈ ਉਹ ਫੈਲਾਈ ਜਾ ਰਹੀ, ਨਫ਼ਰਤ ਫੈਲਾਈ ਜਾ ਰਹੀ ਜੀ ਹੈ। ਇਹ ਕਿਹਾ ਜਾ ਰਿਹਾ ਕਿ ਯਹੂਦੀਆਂ ਦੀ ਕੌਨਸਪੀਰੇਸੀ ਹੈ, ਕਿਉਂਕਿ ਉੱਥੇ ਕੋਈ ਜਿਹੜੇ ਗੋਰੇ ਨਸਲਵਾਦੀ ਆ ਜੀ ਉਹਨਾਂ ਦਾ ਇਹ ਹਮੇਸ਼ਾ ਅਕੀਦਾ ਰਿਹਾ ਕਿ ਜਦੋਂ ਕੋਈ ਗੱਲ ਹੁੰਦੀ ਯਹੂਦੀਆਂ ਦੇ ਸਿਰ ਭਾਂਡਾ ਪਾਉਂਦੇ ਹੋ। ਯਹੂਦੀਆਂ ਦਾ ਇਤਿਹਾਸ ਰਿਹਾ ਕਿ ਉਹਨਾਂ ਨੇ ਬਹੁਤ ਜ਼ੁਲਮ ਸਹੇ ਨੇ, ਔਰ ਜਿਹੜੇ ਗੋਰੇ ਨਸਲਵਾਦੀ ਨੇ ਯਹੂਦੀਆਂ ਦੇ ਬੜੇ ਚਿਰ ਤੋਂ ਉਹਨਾਂ ਨੂੰ ਕਹਿ ਸਕਦੇ ਕਿ ਉਹਨਾਂ ਦੇ ਨਾਲ ਦੁਸ਼ਮਣੀ ਵਾਲਾ ਵੈਰ ਭਾਵ ਰੱਖਦੇ। ਜੀ ਜੀ ਸੋ ਉਹਨਾਂ ਨੂੰ ਬਹਾਨਾ ਚਾਹੀਦਾ। ਕਦੇ ਆਰਥਿਕ ਸੰਕਟ ਆਉਂਦਾ, ਕਹਿੰਦੇ ਯਹੂਦੀ ਲੌਬੀ ਨੇ ਸਾਰੇ ਜਿਹੜੇ ਪੈਸੇ ਆਪਣੇ ਕੋਲ ਸਾਂਭ ਲਏ, ਸਾਰਿਆਂ ਨੂੰ ਬੇਰੁਜ਼ਗਾਰ ਕਰਤਾ। ਹੁਣ ਕਰੋਨਾ ਵਾਇਰਸ ਕਰਕੇ ਵੀ ਉਹਨਾਂ ਦੇ ਸਿਰ ਭਾਂਡਾ ਪੰਤਾ। ਜੀ ਸੋ ਯੂਐਨ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਦੁਨੀਆ ਭਰ 'ਚ ਇੱਕ ਰਵਾਇਤ ਚੱਲ ਰਹੀ ਆ ਇਮੀਗ੍ਰੈਂਟਾਂ ਦੇ ਖਿਲਾਫ, ਰਿਫਿਊਜੀਆਂ ਦੇ ਖਿਲਾਫ, ਚੀਨੀ ਭਾਈਚਾਰੇ ਦੇ ਖਿਲਾਫ ਨਸਲੀ ਨਫ਼ਰਤ ਫੈਲਾ ਕੇ ਜੀ ਤੇ ਉੱਲੂ ਸਿੱਧਾ ਕੀਤਾ ਜਾ ਰਿਹਾ। ਹੂੰ ਸੋ ਉਸ ਦੇ ਮੱਦੇਨਜ਼ਰ ਅਸੀਂ ਵੇਖਦੇ ਹਾਂ ਕਿ ਸਿੱਖ ਭਾਈਚਾਰੇ ਦੇ ਲੋਕ ਮੂਹਰੇ ਆਏ। ਜੀ ਜੇ ਕੈਨੇਡਾ ਵਿੱਚ ਉਹਨਾਂ ਨੇ ਖੂਨਦਾਨ ਕੀਤਾ, ਲੰਗਰ ਲਾਏ ਥਾਂ ਥਾਂ ਤੇ, ਖਾਲਸਾ ਏਡ ਵਾਲੇ ਬੜਾ ਵਧੀਆ ਕੰਮ ਕਰ ਰਹੇ ਨੇ, ਰਿਫਿਊਜੀ ਇਮੀਗ੍ਰੈਂਟਾਂ ਲਈ ਕੰਮ ਕਰ ਰਹੇ। ਸੋ ਇਹ ਜਿਹੜੀ ਸਪਿਰਿਟ ਆ, ਕਿਉਂਕਿ ਉਹਨਾਂ ਨੇ ਇਸ ਦਰਦ ਨੂੰ ਮਹਿਸੂਸ ਕੀਤਾ ਹੋਇਆ, ਸਮਝਿਆ ਹੋਇਆ। ਉਸ ਤੋਂ ਇਲਾਵਾ ਜਿਹੜੀ ਸਰਬਸਾਂਝੀਵਾਲਤਾ ਦੀ ਸਪਿਰਿਟ ਆ, ਉਹਦੇ ਕਰਕੇ ਇਹਨਾਂ ਲੋਕਾਂ ਨੇ ਬੜੀ ਵਧੀਆ ਮਿਸਾਲਾਂ ਕਾਇਮ ਕੀਤੀਆਂ। ਅੱਜ ਉਹ ਸਪਿਰਿਟ ਦੀ ਸਾਨੂੰ ਲੋੜ ਆ। ਸੋ ਜੋ ਕਰੋਨਾ ਵਾਇਰਸ ਦੀ ਜਿਹੜਾ ਸੰਕਟ ਹੋਇਆ, ਬੇਸ਼ੱਕ ਚੀਨ ਤੋਂ ਸ਼ੁਰੂ ਹੋਇਆ, ਪਰ ਸਾਰੀ ਦੁਨੀਆ ਉਸ ਦੀ ਚਪੇਟ 'ਚ ਇਸ ਵੇਲੇ। ਅਮਰੀਕਾ 'ਚ ਸਭ ਤੋਂ ਵੱਧ ਮੌਤਾਂ ਹੋਈਆਂ, ਬਿਲਕੁਲ ਕੋਈ ਸ਼ੱਕ ਨਹੀਂ। ਹੁਣ ਜਦੋਂ ਬਿਮਾਰੀ ਕਿਸੇ ਪਾਸਿਓਂ ਆਈ, ਫੈਲ ਗਈ, ਕਿਸੇ ਪਾਸੇ ਕਿਸੇ ਦੀ ਜਿਹੜਾ ਹੈ ਕੋਈ ਇਦਾਂ ਦੇ ਜਿੱਦਾਂ ਦੇ ਇਹ ਮੇਣੇ ਮਾਰ ਰਹੇ ਨੇ ਕਿ ਚੀਨ ਤੋਂ ਬਿਮਾਰੀ ਆਈ ਹੈ, ਕਿ ਚੀਨ ਤੋਂ ਬਿਮਾਰੀ, ਇਸ ਕਰਕੇ ਸਾਰੇ ਚੀਨੀ ਕਸੂਰਵਾਰ ਨੇ। ਹਾਂ, ਟਰੰਪ ਨੇ ਬੜੀ ਬੇਸ਼ਰਮੀ ਨਾਲ ਇੱਥੋਂ ਤੱਕ ਵੀ ਕਿਹਾ ਕਿ ਜਿਵੇਂ ਪਰਲ ਹਾਰਬਰ ਦਾ ਹਮਲਾ ਜਾਪਾਨੀਆਂ ਨੇ ਕੀਤਾ ਸੀ, ਉਸ ਹਮਲੇ ਨਾਲ ਤੁਲਨਾ ਕੀਤੀ ਇਸ ਦੀ ਕਿ ਸਾਡੇ ਤੇ ਹਮਲਾ ਆ। ਦੇਖੋ ਤੁਸੀਂ ਸ਼ਾਇਦ ਨੋਟ ਕੀਤਾ ਹੋਊਗਾ, ਇੰਡੀਆ 'ਚ ਜਿਹੜੇ ਗਦਕਰੀ ਨੇ, ਬੀਜੇਪੀ ਦੇ ਪ੍ਰਧਾਨ ਰਹਿ ਚੁੱਕੇ ਪਹਿਲਾਂ, ਉਹਨਾਂ ਨੇ ਬਿਆਨ ਦਿੱਤਾ ਕਿ ਜੀ ਲੈਬੋਰਟਰੀ ਤੋਂ ਪੈਦਾ ਹੋਇਆ, ਜਦੋਂ ਕਿ WHO ਸਪਸ਼ਟ ਕਰ ਚੁੱਕਾ ਲੈਬੋਰਟਰੀ ਤੋਂ ਬਿਮਾਰੀ ਪੈਦਾ ਨਹੀਂ ਹੋਈ, ਇਹ ਜਾਨਵਰਾਂ ਤੋਂ ਪੈਦਾ ਹੋਈ ਹੈ, ਕੁਦਰਤੀ ਵਰਤਾਰਾ ਹੈ ਜੀ। ਲੈਬੋਰਟਰੀ ਵਾਲੀ ਗੱਲ ਜਾਣ ਕੇ ਕੀਤੀ ਜਾ ਰਹੀ ਹੈ ਚੀਨ ਨੂੰ ਬਦਨਾਮ ਕਰਨ ਲਈ, ਔਰ ਚੀਨ ਦੇ ਬਹਾਨੇ ਚੀਨੀ ਲੋਕਾਂ ਦੇ ਖਿਲਾਫ ਨਫ਼ਰਤ ਦੀ ਸਿਆਸਤ ਚਲਾਉਣ ਲਈ। ਸੋ ਇਹ ਸਾਰੀਆਂ ਗੱਲਾਂ ਸਮਝਣੀਆਂ ਪੈਣਗੀਆਂ। ਉਸ ਨਾਤੇ ਮੈਂ ਕਹਿ ਰਿਹਾ ਸੀ ਕਿ ਜਿਹੜਾ ਕੈਨੇਡਾ ਵਿੱਚ ਵੀ ਅਸੀਂ ਵੇਖਿਆ ਕਿ ਨਸਲੀ ਨਫ਼ਰਤ ਵਧੀ ਹੈ ਚੀਨੀ ਲੋਕਾਂ ਦੇ ਖਿਲਾਫ। ਇਸ ਮੌਕੇ ਜਦੋਂ ਅਸੀਂ ਏਸ਼ੀਅਨ ਹੈਰੀਟੇਜ ਮੰਥ ਮਨਾ ਰਹੇ ਹਾਂ, ਸਾਡੀ ਤਵੱਜੋ ਹੁਣ ਇਸ ਪਾਸੇ ਹੋਣੀ ਚਾਹੀਦੀ ਕਿ ਏਸ਼ੀਅਨ ਲੋਕਾਂ ਦੇ ਨਾਲ ਕਿਵੇਂ ਖੜਨਾ, ਕਿਵੇਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝੀਏ, ਕਿਉਂਕਿ ਇਹ ਮੁਸ਼ਕਲ ਕਿਸੇ ਦੇ ਵੀ ਆਸਦੀ ਹੈ। ਪਰਲ ਹਾਰਬਰ ਦਾ ਹਮਲਾ ਹੋਇਆ, ਜਾਪਾਨੀਆਂ ਦੇ ਖਿਲਾਫ ਨਸਲੀ ਨਫ਼ਰਤ ਵੱਧ ਗਈ ਸੀ, ਉਹਨਾਂ ਨੂੰ ਫੜ ਕੇ ਇੰਟਰਨ ਕੈਂਪਾਂ 'ਚ ਭੇਜਿਆ ਗਿਆ। ਅੱਜ ਉਸ ਨੂੰ ਕਰੋਨਾ ਵਾਇਰਸ ਨੂੰ ਪਰਲ ਹਾਰਬਰ ਦਾ ਹਮਲਾ ਕਰਾਰ ਦੇ ਕੇ ਚੀਨੀਆਂ ਦੇ ਖਿਲਾਫ ਨਫ਼ਰਤ ਖੜੀ ਕਰਨ ਦਾ ਮਕਸਦ ਵੀ ਇਹੀ ਹੈ ਕਿ ਉਹਨਾਂ ਦੇ ਖਿਲਾਫ ਮਾਹੌਲ ਖੜਾ ਕੀਤਾ ਜਾਵੇ। ਨਤੀਜਾ ਇਹ ਹੋਇਆ ਕੈਨੇਡਾ ਵਿੱਚ ਵੀ ਅਸੀਂ ਵੇਖ ਰਹੇ ਹਾਂ, ਸਾਡੀ ਜਿਹੜੀ ਇੱਥੇ ਦੀ ਮੁੱਖ ਡਾਕਟਰ ਹੈ ਕੈਨੇਡਾ ਦੀ, ਜੋ ਹਾਂਗਕਾਂਗ ਦੀ ਜੰਮੀ ਹੋਈ ਹੈ, ਉਸ ਦੇ ਖਿਲਾਫ ਇਹੋ ਜਿਹੇ ਟਾਣੇ ਕੱਸੇ ਗਏ। ਤੁਸੀਂ ਜਾਣਦੇ ਹੋ, ਆਪਾਂ ਡਿਸਕਸ਼ਨ ਕੀਤੀ ਸੀ ਆਪਾਂ। ਬਿਲਕੁਲ। ਵੈਨਕੂਵਰ ਵਿੱਚ ਚੀਨੀ ਲੋਕਾਂ ਦੇ ਖਿਲਾਫ ਹਮਲੇ ਤਿੱਖੇ ਹੋਏ। ਅਪ੍ਰੈਲ ਮਹੀਨੇ 'ਚ 20 ਹਮਲੇ ਹੋ ਚੁੱਕੇ ਹੈ, ਔਰ ਇੱਥੋਂ ਤੱਕ ਕਿ ਜਿਹੜੇ ਪਿੱਛੇ 15 ਹਮਲੇ ਹੋਏ ਨਫ਼ਰਤ ਦੇ ਜੁਰਮ ਦੇ, ਉਸ ਵਿੱਚੋਂ 11 ਏਸ਼ੀਅਨ ਲੋਕਾਂ ਦੇ ਖਿਲਾਫ ਸਿੱਧਤ ਸੀਗੇ ਜੀ। ਤਾਜ਼ਾ ਘਟਨਾਵਾਂ ਜਿਹੜੀਆਂ ਜੇ ਗਿਣਾਣੀਆਂ ਹੋਣ, ਵੈਨਕੂਵਰ ਦੀ ਇੱਕ ਬੱਸ ਦੇ ਉੱਤੇ ਕਿਸੇ ਵਿਅਕਤੀ ਨੇ ਇੱਕ ਔਰਤ ਤੇ ਹਮਲਾ ਕਰਤਾ, ਕਿਉਂਕਿ ਉਸ ਵਿਚਾਰੀ ਨੇ 2 ਏਸ਼ੀਅਨ ਔਰਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਉਹ ਨਸਲੀ ਤਾਣੇ ਦੇ ਰਿਹਾ ਸੀ ਕਿ ਤੁਸੀਂ ਵਾਪਸ ਚਲ ਜਾਓ। ਇੱਕ ਚੀਨੀ ਮੂਲ ਦੀ ਔਰਤ, ਉਸ ਦੀ ਮਾਂ ਸੈਰ ਕਰ ਰਹੇ ਸੀ ਰਿਚਮੰਡ ਦੇ ਵਿੱਚ, ਉਹਨਾਂ ਨੂੰ ਕਿਹਾ ਗਿਆ ਤੁਸੀਂ ਚੀਨ ਵਾਪਸ ਚਲ ਜਾਓ। ਸੋ ਚੀਨ ਦੇ ਵਿੱਚ ਬਿਮਾਰੀ ਸ਼ੁਰੂ ਹੋਈ ਹੈ, ਮੰਨ ਲਿਆ, ਇੱਧਰ ਆ ਗਈ। ਤੁਸੀਂ ਇਹ ਕਿਉਂ ਨਹੀਂ ਸਵਾਲ ਕਰਦੇ ਕਿ ਕਿਹਨਾਂ ਦੀ ਬਦੌਲਤ ਇੱਥੇ ਆਈ ਹੈ, ਪਹੁੰਚੀ ਇੱਥੇ ਕਿਵੇਂ ਹੈ? ਉੱਡ ਕੇ ਆਈ ਨਹੀਂ, ਤੁਸੀਂ ਨਹੀਂ ਰੋਕਥਾਮ ਕੀਤੀ, ਨਹੀਂ ਢੁਕਵੇਂ ਕਦਮ ਚੁੱਕੇ। ਜਿਸ ਹਿਸਾਬ ਨਾਲ ਇਹ ਸਿਆਸਤ ਖੇਡ ਰਹੇ ਆ ਕਿ ਚੀਨ 'ਚ ਬਿਮਾਰੀ ਆਈ ਸੀ, ਇਸ ਕਰਕੇ ਸਾਰੇ ਚੀਨੀ ਇੱਥੋਂ ਨਿਕਲ ਜਾਣ। ਮੂਲ ਵਾਸੀ ਅੱਜ ਵੀ ਕਹਿ ਸਕਦੇ ਆ ਕਿ ਤੁਸੀਂ ਯੂਰਪ ਤੋਂ ਆਏ ਸੀਗੇ, ਤੁਹਾਡੇ ਕਰਕੇ ਸਮਾਲ ਪੌਕਸ ਫੈਲਿਆ ਇੱਥੇ, ਤੁਹਾਡੇ ਕਰਕੇ ਸਾਡੀ ਆਬਾਦੀ ਘਟ ਕੇ ਰਹਿ ਗਈ 4%, ਤੁਸੀਂ ਵੀ ਸਾਰੇ ਦਫਾ ਹੋ ਜਾਓ ਉੱਥੋਂ। ਮੂਲ ਵਾਸੀ ਕਹਿ ਸਕਦੇ ਇਹ ਗੱਲ। ਕੀ ਅਸੀਂ ਚਾਹੁੰਦੇ ਕਿ ਇਹੋ ਜਿਹੇ ਦਿਨ ਸਾਨੂੰ ਵੇਖਣੇ ਪੈਣ? ਇਸ ਕਰਕੇ ਇਹੋ ਜਿਹੀ ਬਲੇਮ ਗੇਮ, ਕਿਸੇ ਸਿਰ ਤੇ ਦੋਸ਼ ਮਾਰ ਦੇਣਾ। ਔਰ ਜੇ ਕਿਸੇ ਵਜ੍ਹਾ ਕਰਕੇ ਬਿਮਾਰੀ ਉੱਥੋਂ ਸ਼ੁਰੂ ਹੋ ਕੇ ਇੱਧਰ ਫੈਲ ਵੀ ਗਈ ਹੈ, ਤੁਸੀਂ ਸਾਰੇ ਭਾਈਚਾਰੇ ਨੂੰ ਇੱਕੋ ਰਸੇ ਕਿਵੇਂ ਬੰਨ੍ਹਦੇ ਹੋ? ਜਿਹੜੇ ਚੀਨੀ ਮੂਲ ਦੇ ਲੋਕ ਜੰਪਲ ਇੱਥੋਂ ਦੇ ਨੇ ਜੀ, ਜਿਨ੍ਹਾਂ ਦੇ ਬਾਪ ਦਾਦੇ ਕਦੇ ਇੱਥੇ ਆਏ ਹੋਣਗੇ, ਤੁਸੀਂ ਅਜੇ ਉਹਨਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹੋ। ਇਹ ਤਾਂ ਮੇਰੇ ਖਿਆਲ ਸ਼ਰੇਆਮ ਅਨਿਆਏ ਹੈ, ਇਹਨੂੰ ਹੋਰ ਕੀ ਕਿਹਾ ਜਾ ਸਕਦਾ? ਜਿੱਥੋਂ ਤੱਕ ਇਹ ਜਿਹੜੀ ਤੋਹਮਤਬਾਜ਼ੀ ਕਿਸੇ ਖਾਸ ਭਾਈਚਾਰੇ ਨੂੰ ਆਧਾਰ ਬਣਾ ਕੇ ਕੀਤੀ ਜਾ ਰਹੀ ਹੈ, ਉਸ ਦੀਆਂ ਮਿਸਾਲਾਂ ਜਿਵੇਂ ਤੁਸੀਂ ਕੁਝ ਦਿੱਤੀਆਂ ਨੇ, ਖਾਸ ਤੌਰ 'ਤੇ ਕੈਨੇਡਾ ਦੀ ਪ੍ਰਮੁੱਖ ਜਿਹੜੀ ਹੈਲਥ ਸਪੈਸ਼ਲਿਸਟ ਡਾਕਟਰ, ਹਾਂਜੀ, ਉਹਨਾਂ ਦੇ ਬਾਰੇ ਆਹ ਵੀ ਗੱਲ ਹੁਣ ਸਾਹਮਣੇ ਆਈ ਕਿ ਜਦੋਂ ਇਹ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਨੇ, ਜਿਸ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ,
ਉਹ ਉੱਥੇ ਨਹੀਂ ਰੁਕਿਆ, ਅਜੇ ਵੀ ਉਸ ਦੀ ਜਿਹੜੀ ਹੈ ਉਸ ਦੀ ਆੜ ਦੇ ਵਿੱਚ ਉਸ ਦਾ ਜਿਹੜਾ ਪ੍ਰਾਪੋਗੰਡਾ ਜਾਰੀ ਹੈ, ਤੇ ਉਹ ਆਪਣੀ ਗੱਲ ਨੂੰ ਜਸਟੀਫਾਈ ਕਰਨ ਲਈ ਜਾਂ ਉਸ ਤੇ ਖੜਾ ਹੁੰਦਾ ਹੋਇਆ ਵੀ ਅਜੇ ਉਸ ਦੇ ਵਿੱਚ ਆਪਣੀ ਇੱਕ ਲੌਬੀ ਕ੍ਰੀਏਟ ਕਰ ਰਹੇ ਆ, ਤੇ ਉਸ ਨੂੰ ਉਹਦੀ ਪਾਰਟੀ ਜਾਂ ਉਹਦੇ ਲੋਕ ਨਿੱਠ ਕੇ ਜਿਹੜਾ ਉਹਦੀ ਵਿਰੋਧਤਾ ਨਹੀਂ ਕਰ ਰਹੇ, ਉਸ ਨੂੰ ਲੀਡਰਸ਼ਿਪ ਦੀ ਰੇਸ 'ਚੋਂ ਵੀ ਬਾਹਰ ਹੋਣਾ ਚਾਹੀਦਾ। ਉਸ ਨੂੰ ਬਾਹਰ ਵੀ ਹੋਣਾ ਚਾਹੀਦਾ, ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ, ਔਰ ਉਹਨਾਂ ਪੰਜਾਬੀਆਂ ਨੂੰ ਖਾਸ ਤੌਰ 'ਤੇ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਨਸਲਵਾਦ ਹੰਡਾਇਆ, ਜੀ, ਕਿ ਜਿਹੜੇ ਮੂੰਹ ਚੱਕ ਕੇ ਟੋਰੀ ਪਾਰਟੀ ਨਾਲ ਤੁਰੇ ਫਿਰਦੇ, ਉਹ ਕੀ ਕਰ ਰਹੇ ਨੇ। ਐਂਡਰੂ ਸ਼ੀਅਰ ਨੇ ਉਸ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੀ। ਪਹਿਲਾਂ ਤਾਂ ਉਹਨੇ ਇਹ ਕਹਿ ਕੇ ਪੱਲਾ ਝਾੜਦਾ ਜੀ ਮੈਂ ਕੁਝ ਨਹੀਂ ਕਹਿ ਸਕਦਾ, ਇਹ ਲੀਡਰਸ਼ਿਪ ਦੀ ਕੈਂਡੀਡੇਟਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ। ਲੀਡਰਸ਼ਿਪ ਦੀ ਕੈਂਡੀਡੇਟ ਦੀ ਟਿੱਪਣੀ ਦੀ ਗੱਲ ਉਦੋਂ ਹੁੰਦੀ ਹੈ ਜੇ ਪਾਰਟੀ ਪਾਲਿਸੀ ਨਾਲ ਕੋਈ ਇਸ਼ੂ ਜੁੜਿਆ ਹੋਵੇ। ਉਹ ਤਾਂ ਸ਼ਰੇਆਮ ਨਸਲਵਾਦ ਫੈਲਾ ਰਿਹਾ, ਤੂੰ ਉਹਦੇ ਖਿਲਾਫ ਕਾਰਵਾਈ ਤਾਂ ਕਰਨ ਨੂੰ ਤਿਆਰ ਨਹੀਂ ਹੈ। ਫਿਰ ਜਦੋਂ ਮੀਡੀਆ ਨੇ ਦੂਜੀ ਵਾਰੀ ਤੀਜੀ ਵਾਰੀ ਪੁੱਛਿਆ, ਫਿਰ ਉਸਨੇ ਕਿਹਾ ਕਿ ਉਸਨੇ ਜੋ ਕਿਹਾ ਉਹ ਗਲਤ ਕਿਹਾ, ਨਹੀਂ ਸੀ ਕਹਿਣਾ ਚਾਹੀਦਾ। ਇਸ ਤੋਂ ਬਿਆਨ ਕੁਝ ਨਹੀਂ ਕੀਤਾ ਉਹਨੇ, ਨਹੀਂ ਤਾਂ ਉਹਨੂੰ ਉਹਦੇ ਖਿਲਾਫ ਕਾਰਵਾਈ ਹੋ ਸਕਦੀ ਸੀ, ਉਹ ਤਾਂ ਉਹਨੇ ਕੀਤੀ ਨਹੀਂ। ਸਾਡੇ ਭਾਈਚਾਰੇ ਦੇ ਕਈ ਲੋਕ ਬੜੇ ਅੱਖਾਂ ਤੋਂ ਚੁੱਕੀ ਫਿਰਦੇ ਨੇ ਟੋਰੀ ਪਾਰਟੀ ਨੂੰ, ਜਦੋਂ ਕਿ ਕਾਮਾ ਕਾਟਾ ਮਾਰੂ ਉਹਨਾਂ ਦੀ ਬਦੌਲਤ ਮੱਥੋਂ ਮੁੜਿਆ। ਨਸਲਵਾਦੀ ਨੀਤੀਆਂ ਇਹਨਾਂ ਦੀਆਂ ਪੁਰਾਣੀਆਂ ਸਭ ਨੂੰ ਪਤਾ ਨੇ। ਜਦੋਂ ਬਲਤੇਜ ਸਿੰਘ ਢਿੱਲੋਂ ਦੀ ਦਸਤਾਰ ਧਾਰੀ ਇੱਕ ਅਫਸਰ ਦੀ ਭਰਤੀ ਦਾ ਮਾਮਲਾ ਹੋਇਆ, ਟੋਰੀਆਂ ਵੱਲੋਂ ਹੀ ਵਿਰੋਧ ਹੋਇਆ। ਸੋ ਇਹ ਲੋਕ ਇਤਿਹਾਸ ਕਿਵੇਂ ਭੁੱਲ ਕੇ ਬੈਠੇ ਆ, ਔਰ ਤੁਹਾਡੇ ਸਾਹਮਣੇ ਨਵੀਆਂ ਮਿਸਾਲਾਂ ਕਾਇਮ ਹੋ ਰਹੀਆਂ। ਸੋ ਇਹ ਜਿਹੜਾ ਸਿਲਸਿਲਾ ਚੱਲ ਰਿਹਾ ਬਹੁਤ ਸ਼ਰਮਨਾਕ ਹੈ ਕਿ ਵੀ ਸਾਡੇ ਹੀ ਭਾਈਚਾਰੇ ਦੇ ਲੋਕ ਜਿਹੜੇ ਇਹਨਾਂ ਗੱਲਾਂ ਨੂੰ ਬਰਦਾਸ਼ਤ ਕਰ ਰਹੇ। ਡੈਰੈਕ ਸਲੋਨ ਜਿਹੜਾ ਲੀਡਰਸ਼ਿਪ ਦਾ ਕੈਂਡੀਡੇਟ ਆ, ਜਿਹੜਾ ਪ੍ਰਾਈਮ ਮਿਨਿਸਟਰ ਬਣਨ ਦਾ ਸੁਪਨਾ ਵੇਖਦਾ, ਉਹਦੀ ਹਿੰਮਤ ਵੇਖੋ ਕਿ ਐਡੀ ਵੱਡੀ ਗੱਲ ਉਹ ਕਹਿ ਗਿਆ। ਥੈਰਾਸਾ ਟਾਈਮ ਭਾਵੇਂ ਹਾਂਗਕਾਂਗ ਜੰਮੀ ਸੀਗੀ, ਕੋਈ ਕਿਧਰੇ ਵੀ ਜੰਮ ਸਕਦਾ, ਤੇ ਤੁਹਾਡੇ ਇੱਥੇ ਆ ਕੇ ਉਸਦੀ ਕਾਬਲੀਅਤ ਹੋਣ ਕਰਕੇ ਜੋ ਪ੍ਰਮੁੱਖ ਡਾਕਟਰ ਹੈ ਤੁਸੀਂ ਇਸ ਦੇ ਖਿਲਾਫ ਜ਼ਹਿਰ ਉਗਲ ਰਹੇ ਹੋ ਕਿਉਂਕਿ ਉਹ ਚੀਨੀ ਮੂਲ ਦੀ ਹੈ। ਔਰ ਇੱਥੇ ਨਹੀਂ ਗੁਰਵਿੰਦਰ ਸਿੰਘ ਜੀ, ਸਾਡੇ BC 'ਚ ਹੋਈ ਗੱਲ, ਚਿਲਾ ਵੈਗ ਦਾ ਇੱਕ ਸਕੂਲ ਟਰਸਟੀ ਹੈ ਬੈਰੀ ਨਿਊਫੀਲਡ, ਜਿਹੜਾ ਸਬਲਿੰਗੀਆਂ ਬਾਰੇ ਜ਼ਹਿਰ ਉਗਲਦਾ ਆਇਆ, ਉਹਨੇ ਵੀ ਥੈਰੇਸਾ ਟਾਈਮ ਦੇ ਉਹਦੇ ਲਿੰਗ ਉੱਤੇ ਸਵਾਲ ਖੜਾ ਕਰਦਾ ਕਿ ਉਸਦਾ ਲਿੰਗ ਕੀ ਹੈ। WHO ਨੂੰ ਲੈ ਕੇ ਸਵਾਲ ਖੜੇ ਕਰਤੇ। ਇਸ ਕਿਸਮ ਦੀਆਂ ਗੱਲਾਂ ਹੋ ਰਹੀਆਂ। ਸੋ ਸ਼ਰਮ ਆਉਂਦੀ ਕਿ ਵੀ ਅਸੀਂ ਕਿਹੜੀ ਸਦੀ 'ਚ ਰਹਿ ਰਹੇ ਹਾਂ। ਚਾਹੀਦਾ ਹੈ ਕਿ ਸਾਰੇ ਅਸੀਂ ਇਕੱਠੇ ਹੋ ਕੇ ਲੜਾਈ ਲੜੀਏ। ਹਾਂਜੀ, ਅਸੀਂ ਤਾਂ ਟੁਕੜਿਆਂ ਦੀ ਲੜਾਈ ਲੜ ਰਹੇ ਹਾਂ, ਨਫ਼ਰਤ ਦੀ ਸਿਆਸਤ ਚਲਾ ਰਹੇ ਹਾਂ। ਭਾਰਤ ਵਿੱਚ ਵੇਖ ਲਓ, ਉੱਥੇ ਨਹੀਂ ਮਾਣ। ਉੱਤਰੀ ਪੂਰਬੀ ਰਾਜਾਂ ਦੇ ਲੋਕ ਜਿਹਨਾਂ ਦੇ ਨੈਣ ਨਕਸ਼, ਜਿਹਨੂੰ ਵੇਖ ਕੇ ਲੋਕਾਂ ਨੂੰ ਭੁਲੇਖਾ ਪੈ ਸਕਦਾ ਕਿ ਸ਼ਾਇਦ ਇਹ ਚੀਨੀ ਮੂਲ ਦੇ ਹੋਣਗੇ, ਹਾਲਾਂਕਿ ਭਾਰਤੀਆਂ ਨੂੰ ਤਾਂ ਭੁਲੇਖਾ ਨਹੀਂ ਪੈਣਾ ਚਾਹੀਦਾ, ਤੁਹਾਡੇ ਆਪਣੇ ਲੋਕ ਨੇ ਉਹ ਜਦੋਂ ਉੱਤਰੀ ਪੂਰਬੀ ਰਾਜਾਂ ਤੋਂ ਬਾਹਰ ਜਾਂਦੇ ਆ, ਉਹਨਾਂ ਨਾਲ ਕਿਹੋ ਜਿਹਾ ਵਰਤਾਅ ਹੋ ਰਿਹਾ ਅੱਜ ਦੀ ਤਰੀਕ ਵਿੱਚ, ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਇੱਕ ਔਰਤ 'ਤੇ ਕਿਸੇ ਨੇ ਪਾਨ ਥੁੱਕ ਦਿੱਤਾ, ਨਾਗਾਲੈਂਡ ਤੋਂ ਗਏ ਵਿਦਿਆਰਥੀ ਨੂੰ ਸਟੋਰ 'ਚ ਨਹੀਂ ਵੜਨ ਦਿੱਤਾ ਗਿਆ, ਮਿਜ਼ੋਰਾਮ ਦੇ ਮੁੱਖ ਮੰਤਰੀ ਨੂੰ ਲਿਖਣਾ ਪੈ ਰਿਹਾ ਕਿ ਵੀ ਇਹਨੂੰ ਬੰਦ ਕਰੋ, ਤੇ ਉੱਤਰੀ ਪੂਰਬੀ ਰਾਜਾਂ ਦੇ ਲੋਕਾਂ ਨਾਲ ਭਾਰਤ ਵਿੱਚ ਵਿਤਕਰਾ ਹੋ ਰਿਹਾ। ਇਸ ਤੋਂ ਵੱਡੀ ਘਟੀਆ ਮਿਸਾਲ ਹੋਰ ਕਿਹੜੀ ਦਿੱਤੀ ਜਾ ਸਕਦੀ। ਕਈ ਵਾਰ ਹੈਰਾਨੀ ਹੁੰਦੀ ਹੈ, ਜਿਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਕਿ ਏਸ਼ੀਅਨ ਮੰਥ ਦੇ ਤੌਰ 'ਤੇ ਜਿਹੜਾ ਇਹ ਮਈ ਮਹੀਨੇ ਨੂੰ ਮਨਾਉਣਾ, ਇਹ ਇਸ ਵੇਲੇ ਇਸ ਦੀ ਪ੍ਰਸੰਗਿਕਤਾ ਇਸ ਨਜ਼ਰੀਏ ਤੋਂ ਬਹੁਤ ਹੈ ਕਿ ਆਓ ਇਹ ਕਰੋਨਾ COVID-19 ਦੇ ਇਸ ਲੜਾਈ ਦਾ ਜਿਹੜਾ ਸਾਹਮਣਾ ਕਰਨ ਲਈ ਅਸੀਂ ਇਕਮੁੱਠ ਹੋਈਏ। ਇਹੀ ਇਸ ਮੰਥ ਨੂੰ, ਇਸ ਮਹੀਨੇ ਨੂੰ ਮਨਾਉਣ ਦਾ ਸਹੀ ਤਰੀਕਾ। ਦੂਸਰੀ ਗੱਲ ਜਿਹੜੀ, ਜਿਵੇਂ ਤੁਸੀਂ ਬਲੇਮ ਗੇਮ ਦੀ ਗੱਲ ਕੀਤੀ ਹੈ, ਕਈ ਵਾਰ ਐਸੀਆਂ ਟਿੱਪਣੀਆਂ ਵੀ ਪੜ੍ਹਨ ਆਈਆਂ ਜਿਹੜੀਆਂ ਬਿਲਕੁਲ ਜੱਗੋਂ ਤੇਰਵੀਂ ਗੱਲ ਕਰਨ ਵਾਲੀਆਂ ਨੇ। ਕੁਝ ਸਮਰਥਕ ਜਿਹੜੇ ਸੀ ਭਗਵੀਂ ਰਾਜਨੀਤੀ ਨੂੰ ਪ੍ਰਮੋਟ ਕਰਨ ਵਾਲੇ ਬੰਦੇ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਆੜਾ ਕਰੋਨਾ ਵਾਇਰਸ ਹੈ ਇਹ ਤਾਂ ਪਾਕਿਸਤਾਨ ਤੋਂ ਆਇਆ। ਉਹ ਵਾਇਆ ਪਾਕਿਸਤਾਨ ਵੀ ਨਹੀਂ ਆਇਆ ਹੋਣਾ, ਕੋਈ ਲੈਣਾ ਨਹੀਂ ਦੇਣਾ ਨਹੀਂ। ਤੁਸੀਂ ਫਿਰ ਉਸ ਤੋਂ ਬਾਅਦ ਇਹ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ ਕਿ ਇੱਥੇ ਵੱਸਦੇ ਜਿਹੜੇ ਤਬਲੀਗੀ ਭਾਈਚਾਰੇ ਦੇ ਲੋਕ ਨੇ ਜਾਂ ਉਹ ਜਮਾਤ ਦੇ ਲੋਕ ਨੇ, ਇਹ ਲੈ ਕੇ ਆਏ ਨੇ। ਫਿਰ ਇੱਥੇ ਹੀ ਬਸ ਨਹੀਂ, ਪੰਜਾਬ ਦੇ ਨਾਲ ਜੋੜ ਕੇ ਇਸ ਨੂੰ ਹਜ਼ੂਰ ਸਾਹਿਬ ਤੋਂ ਜਿਹੜੀ ਬਕਾਇਦਾ ਤੌਰ 'ਤੇ ਜਿਨ੍ਹਾਂ ਯਾਤਰੂਆਂ ਨੂੰ ਲਿਆਂਦਾ ਗਿਆ, ਉਹਨਾਂ ਦੇ ਨਾਲ ਜੋੜ ਕੇ ਨੈਸ਼ਨਲ ਮੀਡੀਆ ਇਹ ਪ੍ਰਾਪੋਗੰਡਾ ਸ਼ੁਰੂ ਕਰ ਰਿਹਾ ਕਿ ਇਸ ਨੂੰ ਇਹ ਫੈਲਾਇਆ ਜਾ ਰਿਹਾ ਇਹ ਦਰਬਾਰ ਸਾਹਿਬ ਨਾਲ ਇੱਕ ਕੀਰਤਨੀਆ ਭਾਈ ਨਿਰਮਲ ਸਿੰਘ ਜੀ, ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਮੌਤ ਲਈ ਉਹ ਸਿਸਟਮ ਦੋਸ਼ੀ ਹੈ, ਜ਼ਿੰਮੇਵਾਰ ਹੈ। ਜਿੱਥੇ ਉਹਨਾਂ ਨੂੰ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਜਾਨ ਗਈ, ਉਹ 4 ਘੰਟੇ ਪਹਿਲਾਂ ਫੋਨ 'ਤੇ ਕਹਿ ਰਹੇ ਨੇ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦੇ ਕੇ ਕਿ ਮੈਨੂੰ ਨਾ ਦਵਾਈ ਦਿੱਤੀ ਜਾ ਰਹੀ ਹੈ, ਨਾ ਦੇਖਭਾਲ ਹੋ ਰਹੀ ਹੈ। ਇੱਥੇ ਮੈਂ ਇਸ ਵੇਲੇ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦਿੱਤਾ ਗਿਆ ਅਤੇ ਮੈਨੂੰ ਉਮੀਦ, ਮੇਰੀ ਨਿਰਾਸ਼ਤਾ ਇਸ ਕਿਸਮ ਦੀ ਹੈ ਕਿ ਮੈਂ ਬਚਾਂਗਾ ਨਾ। ਆਪਣੇ ਪਿਤਾ ਨੂੰ ਕਹਿ ਰਹੇ ਨੇ ਕਿ ਮੇਰੀ ਆਖਰੀ ਫਤਿਹ ਹੈ। ਉਹ ਵਿਅਕਤੀ ਜਿਹੜਾ ਕਿ 4 ਘੰਟੇ ਬਾਅਦ ਗੁਜ਼ਰ ਜਾਂਦਾ ਅਤੇ ਜਿਹਨੂੰ ਪਦਮ ਸ਼੍ਰੀ ਦਾ ਪੁਰਸਕਾਰ ਦਿੱਤਾ ਜਾਂਦਾ, ਨਸਲੀ ਵਿਤਕਰਾ ਇੰਨਾ ਕਿ ਉਹਦਾ ਸੰਸਕਾਰ ਤੱਕ ਨਹੀਂ ਹੋਣ ਦਿੱਤਾ ਜਾਂਦਾ। ਅਤੇ ਹੁਣ ਹਜ਼ੂਰ ਸਾਹਿਬ ਦੀ ਘਟਨਾ, ਕਿਤੇ ਤਬਲੀਗੀ ਦੀ ਘਟਨਾ, ਇਹ ਸਾਰਾ ਕੁਝ ਜਿਹੜਾ ਹੈ ਜਿਸ ਕਿਸਮ ਦਾ ਜ਼ਹਿਰ ਉਗਲਿਆ ਜਾ ਰਿਹਾ, ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਮਨੁੱਖਤਾ ਦੇ ਮੱਥੇ 'ਤੇ ਕਲੰਕ ਹੈ। ਬਿਲਕੁਲ, ਮੈਂ ਇਹ ਸਮਝਦਾ ਕਿ ਗੁਰਵਿੰਦਰ ਸਿੰਘ ਜੀ ਕਿ ਜਦੋਂ ਏਸ਼ੀਅਨ ਹੈਰੀਟੇਜ ਮੰਥ ਦੀ ਅਸੀਂ ਗੱਲ ਕਰਦੇ ਹਾਂ ਜਾਂ ਅਸੀਂ ਅਪ੍ਰੈਲ ਜਿਵੇਂ ਸਿੱਖ ਹੈਰੀਟੇਜ ਮੰਥ ਦੀ ਗੱਲ ਅਸੀਂ ਕੀਤੀ ਜਾਂ ਦਲਿਤ ਹਿਸਟਰੀ ਮੰਥ ਦੀ ਕੀਤੀ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਅਸੀਂ ਉਹਨਾਂ ਭਾਈਚਾਰੇ ਤੱਕ ਆਪਣੀ ਗੱਲ ਸੀਮਿਤ ਰੱਖਣੀ। ਹਾਂਜੀ,
ਕਿਸੇ ਨਾ ਕਿਸੇ ਕਾਰਨ ਕਰਕੇ ਇਹ ਮਹੀਨੇ ਇਸ ਕਿਸਮ ਨਾਲ ਜਿਹੜੇ ਮੁਕਰਰ ਹੋਏ ਆ ਜੀ, ਕਿਉਂਕਿ ਇਹਨਾਂ ਭਾਈਚਾਰਿਆਂ ਦੇ ਨਾਲ ਲੋਕਾਂ ਨਾਲ ਕਿਸੇ ਨਾ ਕਿਸੇ ਰੂਪ 'ਚ ਜ਼ਿਆਦਤੀਆਂ ਵਿਤਕਰੇ ਹੁੰਦੇ ਰਹੇ ਤੇ ਹੋ ਵੀ ਰਹੇ। ਬਿਲਕੁਲ ਹੁਣ ਵੀ ਹੋ ਰਹੇ। ਸੇ ਉਹਦੇ ਤੇ ਗੱਲ ਕਰਨੀ ਬਣਦੀ ਹੈ। ਸਿਰਫ ਇਹ ਨਹੀਂ ਕਿ ਤੁਸੀਂ ਅੱਜ ਕਹੋ ਜੀ ਅੱਜ ਏਸ਼ੀਅਨ ਹੈਰੀਟੇਜ ਮੰਨਦਾ ਠੀਕ ਹੈ, ਆਪਾਂ ਕਿਸੇ ਚਾਈਨੀਜ਼ ਰੈਸਟੋਰੈਂਟ ਜਾ ਕੇ ਨੂਡਲਸ ਖਾ ਲਈਏ, ਸੂਪ ਪੀ ਲਈਏ, ਗੱਲ ਜਾਂ ਵਧਾਈਆਂ ਦੇ ਦਈਏ, ਹਾਂ ਹੋ ਹੀ ਨਿਬੜੀ। ਕਿ ਸਿੱਖ ਵਿਰਾਸਤੀ ਮਹੀਨਾ ਚਲੋ ਠੀਕ ਹੈ ਜੀ, ਗੁਰਦੁਆਰਾ ਸਾਹਿਬ ਜਾ ਕੇ ਉੱਥੇ ਫਤਿਹ ਬੁਲਾ ਦਿਓ, ਖਤਮ ਹੋਈ ਗੱਲ। ਇਸ ਤੋਂ ਬਿਯੋਂਡ ਜਾਣ ਦੀ ਲੋੜ ਆ ਕਿ ਵੀ ਕਿਹੜੇ ਉਹਨਾਂ ਦੇ ਦਰਦ ਨੇ, ਕਿਹੜੀਆਂ ਤਕਲੀਫਾਂ ਉਹਨਾਂ ਦੀਆਂ ਸੁਣੋ। ਬਿਲਕੁਲ। ਤੇ ਉਹ ਜਿਹੜੀ ਸਿਰੋਂ ਪੱਗ ਲਾਉਣ ਦੀ ਗੱਲ ਹੋ ਰਹੀ ਹੈ, ਉਹਦਾ ਵਿਰੋਧ ਤਾਂ ਨਿਰੰਤਰ ਚਾਹੀਦਾ। ਇਹ ਨਹੀਂ ਕਿ ਇੱਕ ਮਹੀਨੇ ਜਾਂ ਇੱਕ ਖਾਸ ਦਿਨ ਜਾ ਕੇ ਉੱਥੇ ਬਿਆਨ ਦਿੱਤਾ ਖਤਮ ਹੋਈ ਗੱਲ, ਕਿਉਂਕਿ ਲਗਾਤਾਰਤਾ ਨਾਲ ਇਹ ਨਸਲਵਾਦ ਵੱਧ ਰਿਹਾ। ਔਰ ਮੈਨੂੰ ਇਸ ਗੱਲ ਦਾ ਤੌਖਲਾ ਹੈ ਕਿ ਜਿੱਦਾਂ ਦੀ ਮਤਲਬ ਅਰਥਚਾਰਾ ਵਿਗੜ ਰਿਹਾ ਪੂਰੀ ਦੁਨੀਆ ਦਾ, ਬੇਰੁਜ਼ਗਾਰੀ ਵਧਣੀ ਹੈ, ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਆਉਂਦੇ ਦਿਨਾਂ ਦੇ ਵਿੱਚ ਨਸਲਵਾਦ ਹੋਰ ਵਧੂਗਾ। ਕਿਉਂਕਿ ਕਿਸੇ ਨਾ ਕਿਸੇ ਦੇ ਸਿਰ ਤੇ ਠੀਕਰਾ ਭੰਨਣ ਲਈ ਕੋਈ ਨਾ ਕੋਈ ਭਾਈਚਾਰਾ ਚਾਹੀਦਾ। ਲੀਡਰ ਤਾਂ ਕੁਝ ਕਰਨ 'ਚ ਕਾਮਯਾਬ ਨਹੀਂ ਰਹੇ, ਫੇਲ ਹੋਏ ਨੇ, ਉਹਨਾਂ ਨੇ ਕੋਈ ਨਾ ਕੋਈ ਭਾਈਚਾਰਾ ਲੱਭ ਲੈਣਾ। ਕਿਸੇ ਨੂੰ ਕਹਿਣਾ ਵੀ ਆਹ ਦੋਸ਼ੀ ਹੈ, ਕਿਸੇ ਨੂੰ ਕਹਿਣਾ ਉਹ ਦੋਸ਼ੀ ਹੈ। ਤੁਸੀਂ ਵੇਖੋ ਈਵਨ ਅਫਰੀਕੀ ਮੂਲ ਦੇ ਲੋਕ ਚੀਨ ਦੇ ਵਿੱਚ ਉਹਨਾਂ ਨਾਲ ਵਿਤਕਰਾ ਹੋ ਰਿਹਾ, ਕਹਿ ਕੇ ਜੀ ਇਹ ਲੈ ਕੇ ਆਏ ਨੇ ਜਿਹੜਾ ਕਰੋਨਾ ਵਾਇਰਸ ਵੁਹਾਨ ਤੋਂ ਸ਼ੁਰੂ ਹੋਇਆ, ਰਿਵਰਸ ਰੇਸਿਜ਼ਮ, ਤੇ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ। ਬੜੀ ਕਮਾਲ ਦੀ ਗੱਲ। ਜਿਨ੍ਹਾਂ ਨਾਲ ਰੇਸਿਜ਼ਮ ਹੋ ਰਿਹਾ ਉਹ ਅੱਗੇ ਆਪਣੇ ਤੋਂ ਹੋਰਾਂ ਨਾਲ ਰੇਸਿਜ਼ਮ ਕਰ ਰਹੇ। ਔਰ ਮਾੜੀ ਗੱਲ ਇਹ ਕਿ ਜਿਵੇਂ ਚੀਨ ਦੇ ਵਿੱਚ ਵੀ ਜਿਹੜੀ ਲੋਕਾਂ ਦੀ ਮੈਂਟੈਲਿਟੀ ਹੈ, ਮੈਨੂੰ ਕਹਿਣੀ ਪੈ ਰਹੀ ਗੱਲ ਇਹ ਹਿੰਦੁਸਤਾਨੀ ਨਾਲੋਂ ਵੱਖਰੀ ਨਹੀਂ ਹੈ। ਕਿਉਂਕਿ ਜਿਵੇਂ ਇੰਡੀਆ 'ਚ ਅਸੀਂ ਵੇਖਿਆ ਕਿ ਲੰਮਾ ਸਮਾਂ ਗੋਰਿਆਂ ਦਾ ਰਾਜ ਰਿਹਾ ਉੱਥੇ, ਸੋ ਗੋਰਿਆਂ ਦੀ ਨਸਲ ਦੀ ਉੱਚਤਾ ਤੇ ਉੱਤਮਤਾ ਦੇ ਅਸੀਂ ਛੋਲੇ ਕਰਨੇ। ਹਾਂ, ਗੋਰੇ ਰੰਗ ਤੇ ਹਰ ਕੋਈ ਫਿਦਾ ਹੋਇਆ ਫਿਰਦਾ। ਲਓ ਜੀ, ਗੀਤ ਦੇਖੋ, ਗੀਤ ਦੇ ਵਿੱਚ ਆਪਣੀ ਪ੍ਰੇਮਿਕਾ ਨੂੰ ਜੇ ਕੋਈ ਤਸ਼ਬੀਹ ਦੇਣੀ ਹੋਵੇ, ਕਦੇ ਆਉ ਨਹੀਂ ਵੀ ਰੰਗ ਤਾਂ ਮੈਨੂੰ ਤੁਹਾਡਾ ਜਿਹੇ ਜਿਹਾ ਹੈ ਉਹੋ ਜਿਹਾ ਹੀ ਆ, ਸਾਂਵਲਾ ਰੰਗ ਆ, ਕਾਲਾ ਰੰਗ ਆ, ਗੋਰਾ ਰੰਗ ਮੇਰੀ ਗੋਰੀ। ਆ ਸ਼ਬਦ ਵੀ ਸੰਬੋਧਨ ਜੇ ਸਾਡੇ ਅੱਜ ਤੋਂ ਥੋੜ੍ਹੇ ਜਿਹੇ ਪਹਿਲਾਂ ਦੇ ਗਾਇਕ ਵੀ ਦੇਖ ਲਈਏ, ਉਹਨਾਂ ਨੇ ਸਾਰੇ ਗੀਤ ਗੋਰੇ ਰੰਗ ਤੇ ਹੀ ਹੈ। ਕਾਲੇ ਰੰਗ ਨੂੰ ਮਤਲਬ ਜਿਹੜਾ ਆਪਣੀ ਸੱਚਾਈ ਨੂੰ ਕਬੂਲ ਕਰਨ ਤੇ ਸ਼ਰਮ ਆਉਂਦੀ ਹੈ। ਬੱਚਿਆਂ ਦੇ ਨਾਂ ਵੀ ਰੱਖਣੇ ਗੋਰਾ ਸਿੰਘ, ਗੋਰਾ ਰਾਮ, ਜਾਂ ਕੁੜੀ ਦਾ ਨਾਂ ਉਹਨੂੰ ਕੁੜੀ ਨੂੰ ਪੇਸ਼ ਕਰਨਾ, ਜਾਂ ਉਹ ਮਲ ਮਲ ਕੇ ਕਾਲਾ ਰੰਗ ਸਾਫ਼ ਕਰਕੇ ਕਿਤੋਂ ਗੋਰਾ ਆ ਜਾਵੇ। ਕਈ ਚਮੜੀ ਛਿੱਲ ਲੈਂਦੇ ਆ ਮੂਰਖ ਇਸ ਗੱਲ ਦੇ ਵਿੱਚ। ਨਹੀਂ, ਉਹੀ ਜਿਹੜਾ ਦੁਖਾਂਤ ਦਾ ਚੀਨ ਵਿੱਚ ਵੀ ਹੈ ਜੀ। ਚੀਨ 'ਚ ਪਿੱਛੇ ਕਿ ਮਸ਼ਹੂਰੀ ਦੀ ਬੜੀ ਚਰਚਾ ਹੋਈ ਸੀ ਕਿ ਕਿਸੇ ਸਾਂਵਲੇ ਰੰਗ ਦੇ ਵਿਅਕਤੀ ਨੂੰ ਕਿਸੇ ਮਸ਼ੀਨ 'ਚ ਪਾਉਂਦੇ ਆ, ਹਾਂ, ਤੇ ਉਹ ਬਾਹਰ ਨਿਕਲਦਾ ਗੋਰਾ ਹੁੰਦਾ, ਚਿੱਟੇ ਦੁੱਧ ਵਾਂਗੂ। ਦੇਖੋ, ਔਰ ਉਹਨੂੰ ਇਤਰਾਜ਼ ਵੀ ਉੱਠੇ ਸੀ, ਔਰ ਇਤਰਾਜ਼ ਜਾਇਜ਼ ਵੀ ਨੇ। ਹਾਂ, ਉੱਥੇ ਬਾਲੀਵੁੱਡ ਵਿੱਚ ਵੀ ਮੁਹਿੰਮ ਚੱਲੀ ਕਿ ਤੁਸੀਂ ਗੋਰੇ ਰੰਗ ਦੇ ਐਕਟਰਸ ਨੂੰ ਬੜਾ ਪ੍ਰਮੋਟ ਕਰਦੇ ਹੋ, ਜਾਂ ਗੋਰੇ ਰੰਗ ਵਾਲੇ ਜਿਹੜੀ ਗੋਰਾ ਰੰਗ ਵਾਲੀ ਕਰੀਮਾਂ ਜਿਹੜੀਆਂ ਵੇਚੀਆਂ ਜਾ ਰਹੀਆਂ। ਇਸ ਕਿਸਮ ਦੀ ਜਿਹੜਾ ਸਾਡੀ ਨਸਲੀ ਸੋਚ ਇੱਥੇ ਬੈਠੀ ਆ, ਨਸਲਵਾਦ ਨੂੰ ਅਸੀਂ ਅੰਦਰੂਨੀ ਤੌਰ ਤੇ ਗ੍ਰਹਿਣ ਕਰ ਲਿਆ। ਤੁਸੀਂ ਦੇਖੋ ਕਿੱਡੀ ਦੋਗਲੀ ਨੀਤੀ। ਇੱਕ ਪਾਸੇ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਗੋਰਿਆਂ ਨੂੰ ਅਸੀਂ ਕੁੱਟ ਕੇ ਕੱਢਿਆ ਦੇਸ਼ ਚੋਂ, ਇਹ ਗੋਰੇ ਜਿਹੜੇ ਆ ਅਸੀਂ ਇਹਨਾਂ ਨੂੰ ਬਾਹਰ ਕੱਢਿਆ। ਹਾਲਾਂਕਿ ਉਹ ਵੀ ਇੱਕ ਗੋਰਾ ਰੰਗ ਜਾਂ ਗੋਰੀ ਜੋ ਕੌਮ ਜਾਂ ਜਾਤ ਦਾ ਨਹੀਂ, ਉਹ ਵੀ ਇੱਕ ਜ਼ਾਲਮਾਨਾ ਕਿਸਮ ਦੇ ਜਿਹੜੇ ਬ੍ਰਿਟਿਸ਼ ਅੰਪਾਇਰ ਦੇ ਲੋਕ ਸਨ, ਜਿਹੜੇ ਬਸਤੀਵਾਦ ਵਾਲੇ ਸਨ, ਉਹ ਸਨ। ਪਰ ਮੰਨ ਲਿਆ ਕਿ ਤੁਸੀਂ ਇਸ ਤਰ੍ਹਾਂ ਕਹਿੰਦੇ। ਦੂਜੇ, ਜੇ ਤੁਸੀਂ ਕਿਸੇ ਨਾਲ ਵਿਆਹ ਸ਼ਾਦੀ ਜਾਂ ਇਸ਼ਕ ਰਚਾਉਣਾ ਤਾਂ ਤੁਹਾਨੂੰ ਉਦੋਂ ਚਾਹੀਦਾ, ਉਦੋਂ ਕੋਈ ਗੋਰਾ ਚਿਹਰਾ ਚਾਹੀਦਾ। ਜੇ ਕਿਸੇ ਲੜਕੀ ਨੂੰ ਕੋਈ ਆਪਣਾ ਕਿਸੇ ਤਰੀਕੇ ਨਾਲ ਜੀਵਨ ਸਾਥੀ ਚਾਹੀਦਾ, ਉਹ ਪੱਕੇ ਰੰਗ ਦਾ ਨਹੀਂ ਚਾਹੀਦਾ, ਉਹ ਚਾਹੀਦਾ ਗੋਰੇ ਰੰਗ ਦਾ। ਤੇ ਫਿਰ ਉਹਨਾਂ ਨੂੰ ਦਫਾ ਕਰਨ ਦੀ ਕੀ ਲੋੜ ਸੀ? ਫਿਰ ਤਾਂ ਠੀਕ ਸੀ, ਨਾਲੇ ਬਣੇ ਬਣਾਏ ਸੀ। ਦੇਖੋ ਗੱਲ ਹੈ, ਕੁਦਰਤ ਨੇ ਜੋ ਤੁਹਾਨੂੰ ਰੰਗ ਬਖਸ਼ਿਆ, ਹਾਂ, ਤੁਸੀਂ ਉੱਤੇ ਮਾਣ ਕਰੋ ਜੀ। ਜਿਹੜਾ ਇਸ ਕਿਸਮ ਦਾ ਨਾ ਆਪਣੇ ਆਪ ਨੂੰ ਘਟਾ ਕੇ ਵੇਖਣਾ, ਗੋਰੇ ਰੰਗ ਦੀ ਜਿਹੜੀ ਗੋਰੀ ਨਸਲ ਨੂੰ ਉੱਚਾ ਜਾਂ ਉਹਦੀ ਉੱਚਤਾ ਜਾਂ ਉੱਤਮਤਾ ਦੀ ਗੱਲ ਕਰਨੀ, ਇਸ ਤਰ੍ਹਾਂ ਲੱਗਦਾ ਕਿ ਸਾਡੇ ਆਪਣੇ ਭਾਈਚਾਰੇ ਦੇ ਲੋਕਾਂ ਨੇ ਵੀ ਉਸ ਨੂੰ ਗ੍ਰਹਿਣ ਕਰ ਲਿਆ ਜੀ। ਬਸਤੀਵਾਦ ਦਾ ਬਹੁਤ ਵੱਡਾ ਰੋਲ ਰਿਹਾ ਇਸ ਗੱਲ ਦੇ ਵਿੱਚ, ਮੰਨਦੇ ਹਾਂ ਅਸੀਂ, ਪਰ ਬਸਤੀਵਾਦ ਨੂੰ ਹੋਇਆ ਨਿਬੜਿਆ ਚਿਰ ਹੋ ਗਿਆ। ਹੁਣ ਉਸ ਚੋਂ ਨਿਕਲ ਆਓ, ਉਸ ਗੱਲ ਚੋਂ ਹੁਣ ਸਮਾਂ ਮੰਗਦਾ। ਕਮਾਲ ਹੋ ਗਈ ਜੀ। ਵੈਸੇ ਤੁਸੀਂ ਗੁਰਪ੍ਰੀਤ ਸਿੰਘ ਜਿਸ ਤਰ੍ਹਾਂ ਖੁਦ ਜੁੜੇ ਹੋ, ਸਾਹਿਤਕ ਕਿਤਾਬਾਂ ਵੀ ਤੁਸੀਂ ਪੜ੍ਹਦੇ ਹੋਵੋਗੇ। ਸਾਡੇ ਸਾਹਿਤਕਾਰਾਂ ਨੇ ਵੀ ਐਸੀ ਬੁੱਧੀ ਭ੍ਰਿਸ਼ਟ ਹੋਈ ਗਈਆਂ ਦੀ, ਜਿਉਂ ਕਲਮ ਫੜੀ ਆਪਣੀ ਚੰਗੇ ਭਲੇ ਸ਼ਕਲ ਸੂਰਤ ਨੂੰ ਰੱਦ ਕਰਕੇ, ਆਪਣੀ ਪਛਾਣ ਨੂੰ ਰੱਦ ਕਰਕੇ, ਜਿਉਂ ਗੋਰੀ ਤੇ ਕਲਮ ਘਸਾਈ, ਜਿਉਂ ਗੋਰੀ ਤੇ ਗੋਰੀ ਚਮੜੀ, ਗੋਰਾ ਸਾਰਾ ਕੁਛ। ਤੇ ਉਹੀ ਸਾਹਿਤਕਾਰ ਮੁੜ ਕੇ ਕਹਿੰਦੇ ਜੀ ਦੇਸ਼ ਚੋਂ ਗੋਰਿਆਂ ਨੂੰ ਕੱਢਿਆ ਜੀ, ਅਸੀਂ ਬੜੀ ਵੱਡੀ ਪ੍ਰਾਪਤੀ। ਤੁਹਾਡੇ ਵਰਗੇ ਤਾਂ ਜੇ ਲੱਗੇ ਰਹਿੰਦੇ ਫੇਰ ਤਾਂ ਨਹੀਂ ਸੀ ਨਿਕਲਦੇ। ਇਹ ਤਾਂ ਵਿਰੋਧਾਭਾਸ ਹੈ, ਵਿਰੋਧਾਭਾਸ ਹੀ ਕਿਹਾ ਜਾ ਸਕਦਾ ਸਹੀ ਹੈ ਕਿ ਤੁਸੀਂ ਇੱਕ ਪਾਸੇ ਕੁਝ ਕਹੀ ਜਾਂਦੇ, ਕੁਝ ਦੂਜੇ ਪਾਸੇ ਕੋਈ ਹੋਰ ਕਹੀ ਜਾਂਦੇ ਹੋ। ਸੋ ਪਹਿਲਾਂ ਆਪਣੀ ਜਿਹੜੀ ਸੂਈ ਠੀਕ ਕਰੋ, ਜਿਹੜੀ ਕਦੀ ਐਂ ਹੋ ਜਾਂਦੀ, ਕਦੀ ਐਂ ਹੋ ਜਾਂਦੀ। ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਸਾਡੇ ਸਿਆਸਤਦਾਨ ਨੇ ਜੀ, ਕਿਉਂਕਿ ਮੈਂ ਸਮਝਦਾ ਗੁਰਵਿੰਦਰ ਸਿੰਘ ਜੀ ਕਿ ਸ਼ਾਇਦ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ, ਜਿਹੜੇ ਆਮ ਲੋਕ ਨੇ ਕਈ ਵਾਰੀ ਉਹਨਾਂ ਦੀ ਸਮਝ ਜਿਹੜੀ ਬਹੁਤ ਸੀਮਤ ਹੁੰਦੀ ਹੈ। ਫਿਰ ਉਹਨਾਂ ਦੇ ਆਪਣੇ ਮਨਾਂ ਵਿੱਚ ਡਰ ਜਾਂ ਬੇਚੈਨੀ ਇਸ ਕਰਕੇ ਹੈ ਕਿਉਂਕਿ ਮਾਹੌਲ ਇੱਦਾਂ ਦਾ ਬਣ ਗਿਆ, ਨੌਕਰੀਆਂ ਖੁੱਸ ਗਈਆਂ।
ਜਿਹੜੇ ਚਾਤਰ ਲੋਕ ਨੇ ਜਿਹੜੇ ਇਸ ਚੀਜ਼ ਦਾ ਫਾਇਦਾ ਚੁੱਕ ਰਹੇ, ਮਿੱਥ ਕੇ ਤੁਹਾਨੂੰ ਦੁਸ਼ਮਣ ਬਣਾ ਕੇ ਦੇ ਰਹੇ ਕਿ ਆਹ ਤੁਹਾਡਾ ਦੁਸ਼ਮਣ ਹੈ, ਇਹਦੇ ਕਰਕੇ ਹੋਇਆ, ਯਹੂਦੀਆਂ ਕਰਕੇ ਹੋਇਆ, ਚੀਨੀਆਂ ਕਰਕੇ ਹੋਇਆ, ਸਿੱਖਾਂ ਕਰਕੇ ਹੋਇਆ, ਮੁਸਲਮਾਨਾਂ ਕਰਕੇ ਹੋਇਆ, ਉਹਨਾਂ ਤੋਂ ਸੂਈ ਰੱਖੋ। ਬਿਲਕੁਲ। ਹੁਣ ਜਿਹੜਾ ਪਾਕਿਸਤਾਨ ਤੋਂ ਕੋਵਿਡ ਆ ਰਿਹਾ, ਕਮਾਲ ਦੀ ਗੱਲ ਹੈ, ਜੇ ਪਾਕਿਸਤਾਨ ਤੋਂ ਕੋਵਿਡ ਆ ਰਿਹਾ ਤਾਂ ਪਾਕਿਸਤਾਨ 'ਚ ਕੋਵਿਡ ਫੈਲੂਗਾ ਨਹੀਂ। ਜੇ ਕੋਵਿਡ ਵਾਲੇ ਜਿਹੜੇ ਤੁਸੀਂ ਉੱਥੇ ਜੇ ਸਪੋਜ਼ ਮੰਨ ਲਓ ਕਿ ਕੋਈ ਲੋਕਾਂ ਨੂੰ ਕੁੱਕੜਖਾਨੇ 'ਚ ਰੱਖਿਆ ਕਿ ਕੋਵਿਡ ਦੇ ਮਰੀਜ਼ ਨੇ, ਇਹਨਾਂ ਨੂੰ ਅਸੀਂ ਇੰਡੀਆ ਭੇਜਾਂਗੇ, ਜੇ ਤੁਸੀਂ ਰੱਖਿਆ ਤਾਂ ਤੁਹਾਡੇ ਵੀ ਤਾਂ ਫੈਲੂਗਾ ਹੀ। ਕਮਾਲ। ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਜਦੋਂ 84 ਦੇ ਕਤਲੇਆਮ ਤੋਂ ਪਹਿਲਾਂ ਕੁਵੈਤ ਚਲਾਈ ਗਈ, ਸਿੱਖਾਂ ਨੇ ਜੀ ਪੀਣ ਦੇ ਪਾਣੀ 'ਚ ਜ਼ਹਿਰ ਮਿਲਾਤਾ। ਉਹ ਪੀਣ ਦਾ ਪਾਣੀ ਤਾਂ ਸਿੱਖਾਂ ਨੇ ਵੀ ਪੀਣਾ ਦਿੱਲੀ 'ਚ। ਬਿਲਕੁਲ। ਥੋੜਾ ਜਿਹਾ ਆਪਣੇ ਸਿਰ ਤੇ ਹੱਥ ਮਾਰੋ ਬਈ ਕੌਣ ਕੀ ਕਹਿ ਰਿਹਾ, ਕਿਸ ਹਿਸਾਬ ਨਾਲ ਕਹਿ ਰਿਹਾ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਕਿ ਵੀ ਕਿਸੇ ਭਾਈਚਾਰੇ ਨੂੰ ਟਾਰਗੇਟ ਕਰਨਾ, ਉਹਦੇ ਖਿਲਾਫ ਇੱਕ ਇਹ ਮੈਂ ਸਮਝਦਾ ਆਪਣੀਆਂ ਨਾਕਾਮੀਆਂ ਦੇ ਪਰਦਾ ਪਾਉਣ ਦਾ ਢੰਗ ਆ, ਹੋਰ ਕੁਝ ਨਹੀਂ ਗਾ। ਬਿਲਕੁਲ। ਤੇ ਇਹ ਜਿਹੜਾ ਕਰੋਨਾ ਦਾ ਕੋਵਿਡ-19 ਦਾ ਮੌਕਾ ਆਇਆ, ਉਹ ਮੌਕਾ ਇਹਨਾਂ ਨੂੰ ਬੜਾ ਕਾਰਗਰ ਮੌਕਾ ਬਣਿਆ ਆਪਣੇ ਸੱਤਾ ਨੂੰ ਕਾਇਮ ਰੱਖਣ ਲਈ, ਤਾਨਾਸ਼ਾਹੀ ਨੂੰ ਚੱਲਦਾ ਰੱਖਣ ਲਈ, ਉਸ ਦੇ ਵਿੱਚ ਘੱਟ ਗਿਣਤੀਆਂ ਨੂੰ ਦਬਾਉਣ ਲਈ, ਆਪਣੀ ਨਸਲ ਨੂੰ ਚੰਗਾ ਤੇ ਦੂਜੀਆਂ ਨਾਲ ਨਸਲਵਾਦ ਕਰਨ ਲਈ। ਅੱਜ ਵਰਦੰਤੀ ਰਾਏ ਜਿਨ੍ਹਾਂ ਦਾ ਇੱਕ ਬੜਾ ਕਮਾਲ ਦਾ ਲੇਖ ਛਪਿਆ, ਤੇ ਉਸ ਲੇਖ ਦੇ ਵਿੱਚ ਇਹ ਗੱਲ ਉਹਨਾਂ ਨੇ ਬਕਾਇਦਾ ਤੌਰ ਤੇ ਵਿਸਤਾਰ 'ਚ ਕਹੀ ਹੈ ਕਿ ਇਹ ਜਿਹੜਾ ਕਰੋਨਾ ਵਾਇਰਸ ਹੈ, ਅਸਲ 'ਚ ਜੇ ਸਭ ਤੋਂ ਜ਼ਿਆਦਾ ਕਿਸੇ ਨੂੰ ਫਿੱਟ ਬੈਠਾ ਤਾਂ ਉਹ ਫਾਸ਼ੀਵਾਦੀ ਜਾਂ ਪੂੰਜੀਵਾਦੀ ਇਹਨਾਂ ਤਾਕਤਾਂ ਨੂੰ, ਤਾਨਾਸ਼ਾਹੀ ਤਾਕਤਾਂ ਨੂੰ, ਜਿਨ੍ਹਾਂ ਨੇ ਇਹ ਆਪਣੀ ਸੱਤਾ ਦੇ ਵਿੱਚ ਇਸ ਨੂੰ ਬਕਾਇਦਾ ਤੌਰ ਤੇ ਵਰਤਿਆ। ਬਿਲਕੁਲ। ਇਸੇ ਕਰਕੇ ਮੈਂ ਬਾਰ-ਬਾਰ ਕਹਿੰਦਾ ਕਿ ਜਿਹੜੀ ਸ਼ੌਕ ਡਾਕਟਰਿਨ ਪੁਸਤਕ ਹੈ, ਨਿਓਮੀ ਕਲਾਈਨ, ਸਦਮਾ ਮਤ, ਜਿਹੜਾ ਬੂਟਾ ਸਿੰਘ ਨੇ ਅਨੁਵਾਦ ਕੀਤਾ, ਉਹ ਪੜ੍ਹਨੀ ਲਾਜ਼ਮੀ ਹੈ ਤਾਂ ਜੋ ਲੋਕਾਂ ਨੂੰ ਸਮਝ ਆ ਜਾਵੇ ਕਿ ਕਿਸ ਤਰ੍ਹਾਂ ਵੱਡੀਆਂ ਤਰਾਜ਼ੀਆਂ 'ਚੋਂ ਇਹ ਜਿਹੜੇ ਵੱਡੇ ਲੀਡਰ ਨੇ ਗਿਰਜਾਂ ਬਣ ਕੇ ਉਸ ਦਾ ਫਾਇਦਾ ਚੁੱਕਦੇ। ਇਹਨਾਂ ਲਈ ਤਾਂ ਜਿਹੜੀਆਂ ਲੋਥਾਂ ਨੇ ਉੱਦਾਂ ਹੀ ਹੈ ਜਿਵੇਂ ਮਰਿਆ ਸ਼ਿਕਾਰ ਹੁੰਦਾ ਗਿਰਜਾਂ ਵਾਸਤੇ। ਇਹਨਾਂ ਨੂੰ ਕੀ ਹੈ, ਆ ਜਿਹੜਾ ਰੋਬਰਟ ਡੇ ਨੀਰੋ ਐਕਟਰ ਹੈ ਹਾਲੀਵੁੱਡ ਦਾ, ਉਹਨੇ ਬਿਆਨ ਦਿੱਤਾ ਬੜੀ ਜ਼ਿੰਮੇਵਾਰੀ ਨਾਲ, BBC ਨਾਲ ਗੱਲਬਾਤ ਕਰਦੇ ਆ, ਉਹਨੇ ਸਿੱਧਾ ਹੀ ਕਿਹਾ ਕਿ ਟਰੰਪ ਨੂੰ ਉਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿੰਨੀਆਂ ਮੌਤਾਂ ਹੋ ਰਹੀਆਂ, ਕਿੰਨੇ ਲੋਕ ਮਰ ਰਹੇ। ਉਹ ਸੰਵੇਦਨਾ 'ਚ ਉਸਨੇ ਗੱਲ ਕਹੀ ਹੈ। ਲੀਡਰਾਂ ਨੂੰ ਤਾਂ ਕੋਈ ਵਾਕਈ ਫਰਕ ਨਹੀਂ ਪੈ ਰਿਹਾ ਕੋਈ ਮਰਿਆ ਨਹੀਂ ਮਰਿਆ, ਉਹਨਾਂ ਨੂੰ ਤਾਂ ਆਪਣੇ ਕੰਮ ਨਾਲ ਮਤਲਬ ਆ। ਜਿਹੜੇ ਕਾਰਪੋਰੇਟ ਘਰਾਣੇ ਉਹਨਾਂ ਦੀ ਵੀ ਇਹੋ ਜਿਹੀਆਂ ਰੁਚੀਆਂ। ਸੋ ਇਹ ਬੜਾ ਵੱਡਾ ਦੁਖਾਂਤ ਆ। ਔਰ ਇਸ ਮੌਕੇ 'ਤੇ ਬਿਲਕੁਲ ਮਿੱਥ ਕੇ ਜਿਵੇਂ ਕੋਵਿਡ-19 ਦੀ ਸਿਆਸਤ ਨੂੰ ਨਫ਼ਰਤ ਦੀ ਸਿਆਸਤ ਨਾਲ ਜੋੜ ਕੇ ਆਪਣਾ ਫਾਇਦਾ ਕੱਢਿਆ ਜਾ ਰਿਹਾ, ਇਸ 'ਤੇ ਲੋਕਾਂ ਨੂੰ ਉਂਗਲ ਰੱਖਣੀ ਪਏਗੀ। ਕਰੋਨਾ ਦਾ ਵਿਤਕਰਾ ਕਰ ਨਹੀਂ ਰਿਹਾ, ਕੁਦਰਤ ਦੀ ਮਾਰ ਵਿਤਕਰਾ ਨਹੀਂ ਕਰ ਰਹੀ, ਹਰ ਇੱਕ ਨੂੰ ਬਰਾਬਰ ਪ੍ਰਭਾਵਿਤ ਕਰ ਰਹੀ ਬਿਮਾਰੀ ਵਾਲੀ। ਪਰ ਜਿਹੜੀ ਬਿਮਾਰੀ ਇੱਥੇ ਜਿਹੜਾ ਕਰੋਨਾ ਬੈਠਾ, ਵਾਇਰਸ ਬੈਠਾ, ਉਹਦਾ ਕੀ ਕਰਾਂਗੇ ਆਪਾਂ? ਇਹ ਤਾਂ ਕੁਝ ਦਿਨਾਂ ਦੇ ਬਾਅਦ ਮੁੱਕ ਜਾਊਗਾ ਸਾਰਾ ਕੁਝ, ਹਾਲਾਤ ਆਮ ਵਰਗੇ ਵੀ ਹੋ ਜਾਣਗੇ, ਅਸੀਂ ਭੁੱਲ ਭੁਲਾ ਵੀ ਜਾਵਾਂਗੇ। ਪਰ ਜਿਹੜਾ ਆਹ ਨਫ਼ਰਤ ਦਾ ਵਾਇਰਸ ਹੈ, ਮੇਰਾ ਦਾਅਵਾ ਹੈ ਉਦੋਂ ਵੀ ਜਿਉਂਦਾ ਰਹੂਗਾ। ਸੱਚਾਈ ਹੈ, ਕਿਉਂਕਿ ਇਸ ਨੂੰ ਜਿਉਂਦਾ ਰੱਖਣ ਦੇ ਵਿੱਚ ਕੁਝ ਲੋਕਾਂ ਨੂੰ ਫਾਇਦਾ। ਬਿਲਕੁਲ। ਸੋ ਸਮੱਸਿਆ ਉੱਥੇ ਹੈ ਸਾਰੀ। ਜੇ ਕਰੋਨਾ ਵਾਇਰਸ ਦੇ ਸੰਕਟ ਦੇ ਵਿੱਚ ਵੀ ਉਹ ਇਸ ਕਮਜ਼ੋਰੀ ਤੋਂ ਨਹੀਂ ਨਿਜਾਤ ਪਾ ਸਕੇ, ਫਿਰ ਪਾਉਣੀ ਕਦੋਂ? ਬਲਕਿ ਉਸ ਦੇ ਵਿੱਚ ਤਾਂ ਇਹ ਵਰਤਦੇ ਆ ਇਸ ਨੂੰ ਜਿਸ ਕਿਸਮ ਦਾ, ਜਿਵੇਂ ਅੱਜ ਨਵਾਂ ਇੱਕ ਪਖੰਡ ਚੱਲਿਆ ਜੀ, ਅਸੀਂ ਸਵਦੇਸ਼ੀ ਹੀ ਅਪਣਾਵਾਂਗੇ, ਵਿਦੇਸ਼ੀ ਦਾ ਬਾਈਕਾਟ। ਤੇ ਬਾਈਕਾਟ ਕਰਦੇ ਜਿਹੜੀ ਗੱਡੀ 'ਚ ਬੈਠੇ ਆ ਉਹ ਵਿਦੇਸ਼ੀ, ਜਿਹੜੀ ਗੁੱਟ ਤੇ ਘੜੀ ਬੰਨੀ ਆ ਉਹ ਵਿਦੇਸ਼ੀ, ਜਿਹੜਾ ਹੱਥ 'ਚ ਫੋਨ ਫੜਿਆ ਉਹ ਵਿਦੇਸ਼ੀ। ਉਹ ਯਾਰ ਉਹ ਕਿਹੜੀ ਗੱਲ ਕਰਦੇ ਹੋ? ਮੈਂ ਇੱਕ ਦੋਹੇ ਦੇ ਹਵਾਲੇ ਨਾਲ ਇਹ ਗੱਲ ਕਰਨਾ ਕਿ ਨਿਤ ਜੁਮਲੇਬਾਜ਼ੀਆਂ, ਇਹ ਨਿਰੀ ਜੁਮਲੇਬਾਜ਼ੀ ਤੋਂ ਬਗੈਰ ਹੋਰ ਕੁਝ ਨਹੀਂ। ਨਿਤ ਜੁਮਲੇਬਾਜ਼ੀਆਂ, ਝੂਠ ਬਣਾਵੇ ਸੱਚ, ਨੀਰੋ ਦੇ ਹੱਥ ਬਾਂਸਰੀ, ਦੇਸ਼ ਰਿਹਾ ਹੈ ਮੱਚ। ਕਿਆ ਬਾਤ, ਬਹੁਤ ਅੱਛੇ, ਤੁਸੀਂ ਬਿਲਕੁਲ ਸਹੀ ਕਿਹਾ। ਇੱਕ ਅਦਾਲਤ ਨੇ ਵੀ ਵੈਸੇ ਮੋਦੀ ਨੂੰ ਨੀਰੋ ਦਾ ਖਿਤਾਬ ਦਿੱਤਾ ਹੋਇਆ, ਪਰ ਨਾ ਮੋਦੀ ਨੂੰ ਸ਼ਰਮ ਆਈ ਤੇ ਨਾ ਉਸਦੇ ਸਮਰਥਕਾਂ ਨੂੰ ਸ਼ਰਮ ਆਈ। ਸੋ ਉਮੀਦ ਕਰਦੇ ਹਾਂ ਕਿ ਸ਼ਾਇਦ ਇਸ ਕਿਸਮ ਦੇ ਵਾਰਤਾਲਾਪ ਦੇ ਨਾਲ ਅੱਖਾਂ ਖੁੱਲ੍ਹ ਜਾਣ ਲੋਕਾਂ ਦੀਆਂ। ਪਰ ਇਹ ਵਾਕਈ ਹਾਲਾਤ ਇਹੋ ਜਿਹੇ ਬਣੇ ਹੋਏ ਆ ਕਿ ਤੁਸੀਂ ਕਿਸੇ ਦੇ ਸਿਰ ਭਾਂਡਾ ਭੰਨ ਰਹੇ ਹੋ, ਔਰ ਇਹ ਹੋਰ ਕੁਝ ਨਹੀਂ ਗਾ। ਜਿਹੜਾ ਇੰਡੀਆ 'ਚ ਵੀ ਕੁਵੈਤ ਚੱਲੀ ਕਿ ਚਾਈਨਾ ਦਾ ਬਾਈਕਾਟ ਕੀਤਾ ਜਾਵੇ, ਚੀਨ ਦੇ ਖਿਲਾਫ, ਕਿਉਂਕਿ ਦੇਖੋ ਚੀਨ ਦੇ ਖਿਲਾਫ ਤਾਂ ਅਮਰੀਕਾ ਤੇ ਇੰਡੀਆ ਸਦਾ ਹੀ ਰਹੇ। ਅਮਰੀਕਾ ਵਾਲਿਆਂ ਦੀ ਤਾਂ ਲੋੜ ਸੀ ਕਿ ਸਸਤਾ ਸਮਾਨ ਉੱਥੋਂ ਮਿਲਦਾ ਜੀ। ਇੰਡੀਆ ਨੂੰ ਇਹ ਕਿ ਸਾਡੇ ਨਾਲ ਇੱਕ ਮਤਰੇਈ ਜਿਹੜਾ ਹੁੰਦਾ ਨਾ ਮਾਮਲਾ ਸਲੂਕ, ਮਤਲਬ ਜਿਵੇਂ ਹੁੰਦਾ ਨਾ ਕਿ ਸਾਡਾ ਕੋਈ ਮਤਰੇਆ ਭਰਾ ਹੋਵੇ ਜਾਂ ਅਸੀਂ ਸ਼ਰੀਕੇਬਾਜ਼ੀ 'ਚ ਪਏ ਹੋਏ ਹਾਂ, ਉਹ ਬਹੁਤ ਦੇਰ ਤੋਂ ਚੱਲਦੀ ਆ ਰਹੀ ਗੱਲ। ਇਸ ਵੇਲੇ ਹੁਣ ਹਾਲਾਤ ਜਿੱਦਾਂ ਦੇ ਬਣ ਰਹੇ ਕਿ ਚੀਨ ਦੀ ਇਕੋਨਮੀ ਡਾਊਨ ਹੈ, ਅਮਰੀਕਾ ਦਾ ਵੀ ਬੁਰਾ ਹਾਲ ਹੋ ਗਿਆ, ਇੰਡੀਆ ਵਾਲੇ ਸੋਚ ਕੇ ਬੈਠੇ ਕਿ ਸ਼ਾਇਦ ਅਸੀਂ ਹੁਣ ਸਾਡੀ ਬੱਲੇ ਬੱਲੇ ਹੋ ਜਾਏ। ਉਹ ਦਿਖਾ ਇਹ ਰਹੇ ਕਿ ਸਾਡੇ ਤਾਂ ਮੌਤਾਂ ਬਹੁਤ ਘੱਟ ਹੋਈਆਂ। ਹੁਣ ਸਾਨੂੰ ਕੀ ਪਤਾ ਟੈਸਟਿੰਗ ਉੱਥੇ ਪੂਰੀ ਹੋ ਰਹੀ ਹੈ ਕਿ ਨਹੀਂ ਹੋ ਰਹੀ। ਅਜੇ ਤਾਂ ਟੈਸਟਿੰਗ ਪੂਰੀ ਨਹੀਂ ਹੋਈ, ਸ਼ਾਇਦ ਆਉਂਦੇ ਦਿਨਾਂ 'ਚ ਪਤਾ ਲੱਗੇ। ਕਰਫਿਊ ਕਿੰਨਾ ਕਾਰਾਗਾਰ ਸਿੱਧ ਹੋਇਆ, ਇਹ ਤੁਹਾਡੇ ਸਾਹਮਣੇ। ਫਿਰ ਜਿਹੜੀ ਸਭ ਤੋਂ ਮਾੜੀ ਗੱਲ ਕਿ ਤੁਸੀਂ ਦੂਜਿਆਂ ਨੂੰ ਤਾਂ ਬਲੇਮ ਕਰ ਰਹੇ ਹੋ, ਕਿ ਤਬਲੀਗੀਆਂ ਨੂੰ ਕਰਤਾ, ਹਜ਼ੂਰ ਸਾਹਿਬ ਤੋਂ ਜਿਹੜੇ ਸਿੱਖ ਸ਼ਰਧਾਲੂ ਵਾਪਸ ਆਏ ਉਹਨਾਂ ਨੂੰ ਬਲੇਮ ਕਰਤਾ। ਪਰ ਜਿਹੜੀ ਵੱਡੇ ਇਕੱਠ BJP ਵਾਲਿਆਂ ਨੇ ਕੀਤੇ ਆ, ਮੰਦਰ ਵਾਲਿਆਂ ਨੇ ਕੀਤੇ, ਉਹ ਤਾਂ ਕੋਈ ਗਿਣਤੂ ਪਰੰਤੂ ਨਹੀਂ ਹੋਇਆ। ਟਰੰਪ ਦੇ ਲਈ ਇੱਕ ਨਮਸਤੇ ਟਰੰਪ ਨਾਂ ਦਾ ਪ੍ਰੋਗਰਾਮ ਰੱਖਿਆ ਗਿਆ ਅਹਿਮਦਾਬਾਦ 'ਚ ਜੀ, ਉੱਥੇ ਕਿੰਨਾ ਵੱਡਾ ਇਕੱਠ ਸੀਗਾ।
ਉੱਥੇ ਹੁਣ ਮੰਗ ਉੱਠ ਰਹੀ ਕਿ ਜਾਂਚ ਕਰਾਓ, ਹਾਂ, ਕਿਉਂਕਿ ਉੱਥੇ ਜੋ ਇਕੱਠ ਹੋਇਆ ਬਿਮਾਰੀ ਤਾਂ ਫੈਲਣ ਦਾ ਸਬਬ ਉਹ ਵੀ ਬਣਿਆ। ਪਰ ਉਹ ਅਹਿਮਦਾਬਾਦ ਹੈ ਜੀ, ਉੱਥੇ ਨਹੀਂ ਹੋਏਗਾ ਕਿਉਂਕਿ ਉੱਥੇ ਕੋਈ ਤਬਲੀਗੀ ਜਾਂ ਹੋਰ ਕੋਈ ਮਿਲਣਾ ਨਹੀਂ। ਹਾਂ, ਨਾ ਤਬਲੀਗੀ ਮਿਲਣਾ, ਨਾ ਸਿੱਖ ਮਿਲਣੇ ਜੀ, ਨਾ ਕਿਸੇ ਨੇ ਗੁੱਟ ਵੜਨਾ ਕਿਸੇ ਦਾ। ਜੀ ਜੀ, ਇਸ ਕਰਕੇ ਬਿਲਕੁਲ। ਤੁਸੀਂ ਸਾਰਾ ਜਿਹੜਾ ਉੱਥੇ ਤਾਂ ਚੁੱਪੀ ਵੱਢ ਲਈ, ਹਾਂ, ਬਾਕੀ ਜਿੱਥੇ ਭਾਂਡਾ ਭਰਨਾ ਸੀ ਭੰਨ ਦਿੱਤਾ। ਸੱਚਾਈ ਇਹ ਹੈ ਕਿ ਇਸ ਵੇਲੇ ਜਿਸ ਤਰ੍ਹਾਂ ਦਾ ਆਮ ਲੋਕਾਂ ਦੇ ਦਿਮਾਗ ਦੇ ਉੱਪਰ ਵੀ ਪਰਦਾ ਪੈ ਗਿਆ ਜਾਂ ਸਰਕਾਰਾਂ ਨੇ ਪਾ ਦਿੱਤਾ ਕਿ ਉਹ ਸੱਚ ਜਾਣਨ ਦੀ ਥਾਂ ਤੇ ਜਾਂ ਉਸ ਦੀ ਖੋਜ ਕਰਨ ਦੀ ਥਾਂ ਤੇ ਜੋ ਪਰੋਸ ਕੇ ਦਿੱਤਾ ਜਾ ਰਿਹਾ ਉਸ ਨੂੰ ਸਵੀਕਾਰ ਕਰ ਲੈਂਦੇ ਨੇ, ਕਿਉਂਕਿ ਕਰਫਿਊ ਲੱਗੇ ਹੋਏ ਨੇ, ਰੋਕਾਂ ਲੱਗੀਆਂ ਹੋਏ ਨੇ, ਮੀਡੀਆ ਦੇ ਹੱਥ ਵੀ ਬੰਨੇ ਹੋਏ ਨੇ, ਮੀਡੀਆ ਦੀਆਂ ਸਰੋਤ ਵੀ ਸੀਮਿਤ ਹੋ ਗਏ ਨੇ। ਜੋ ਕੁਝ ਕਿਹਾ ਜਾ ਰਿਹਾ ਜੇ ਅੱਜ ਚੀਨ ਤੋਂ ਇਹ ਕਿਹਾ ਜਾ ਰਿਹਾ ਜੀ ਸਭ ਕੁਝ ਠੀਕ ਹੋ ਗਿਆ ਜੀ, ਇੱਕੋ ਦਮ ਸਟਾਪ, ਸਾਰਾ ਕੁਝ ਉਹਨਾਂ ਨੇ ਰੋਕ ਲਿਆ। ਜੇ ਇੰਡੀਆ ਬਾਰੇ ਜੀ ਬਿਲਕੁਲ ਦੁਨੀਆ ਦੇ ਵਿੱਚ ਇਹ ਕੰਟਰੀ ਹੈ, ਦੇਖੋ ਕਿੰਨਾ ਰੋਕਿਆ ਗਿਆ। ਜੇ ਹੋਰਾਂ ਦੇ ਕਈ ਤਾਂ ਸੱਚਾਈ ਮੁਕੰਮਲ ਤੌਰ 'ਤੇ ਦੱਸ ਲੈਂਦੇ ਨੇ। ਕਈਆਂ ਮੁਲਕਾਂ ਦੇ ਵਿੱਚ ਆਪਣੀਆਂ ਜਿਹੜੀਆਂ ਨਿਊਜ਼ ਵੀ ਆਉਂਦੀਆਂ ਨੇ ਉਹਨਾਂ ਦੇ ਉੱਪਰ ਜੋ ਸੈਂਸਰ ਲੱਗਿਆ ਹੁੰਦਾ ਉਹਦੇ ਬਾਅਦ ਹੀ ਪਰੋਸ ਕੇ ਦੁਨੀਆ ਦੇ ਸਾਹਮਣੇ ਆਉਂਦੀਆਂ। ਗੁਰਦੇਵ ਸਿੰਘ ਜੀ, ਜਿਹੜਾ ਮੈਨੂੰ ਲੱਗਦਾ ਥੋੜਾ ਸਾਨੂੰ ਹੋਰ ਵੀ ਗੱਲ ਕਰਨੀ ਚਾਹੀਦੀ ਕਿਸੇ ਸਮਾਂ ਵਕਤ ਕੱਢ ਕੇ, ਜਿਹੜੀ ਕਨਸਪੀਰੇਸੀ ਥਿਊਰੀਆਂ ਚੱਲ ਰਹੀਆਂ ਇਸ ਮੌਕੇ ਤੇ ਉਹਨਾਂ ਨੇ ਵੀ ਨੁਕਸਾਨ ਬਹੁਤ ਕੀਤਾ ਜੀ। ਜਿਹੜੀਆਂ ਗੱਲਾਂ ਦਾ ਕੋਈ ਆਧਾਰ ਹੀ ਹੈ ਨਹੀਂਗਾ। ਹੁਣ ਕਈ ਜਣਾ ਜੀ ਕਰੋਨਾ ਵਾਇਰਸ ਤਾਂ ਹਊਆ ਹੀ ਆ, ਇੱਥੋਂ ਸੱਜੇ ਪੱਖੀ ਮੀਡੀਆ ਇਹ ਪ੍ਰਚਾਰ ਕਰ ਰਿਹਾ। ਸਾਡੇ ਆਪਣੇ ਦੇਸੀ ਭਾਈਚਾਰੇ ਜੋ ਲੋਕ ਨੇ ਜਿਹੜਾ ਟੋਰੀਆਂ ਨਾਲ ਹਮਦਰਦੀ ਰੱਖਦੇ ਆ, ਇਹੋ ਜਿਹਾ ਪ੍ਰਚਾਰ ਕਰ ਰਹੇ ਨੇ ਲਿਖਤਾਂ ਰਾਹੀਂ ਕਿ ਵੀ ਇਹ ਤਾਂ ਹਊਆ ਖੜਾ ਕਰਤਾ, ਇਹ ਐਵੇਂ ਗੱਫੇ ਵੰਡੀ ਜਾਂਦੇ ਲੋਕਾਂ ਨੂੰ, ਪੈਸੇ ਆਉਣਗੇ ਕਿੱਥੋਂ। ਕਮਾਲ ਦੀ ਗੱਲ ਹੈ, ਲੋਕਾਂ ਦੇ ਨੌਕਰੀਆਂ ਖੁੱਸ ਗਈਆਂ, ਤੁਹਾਨੂੰ ਇੱਕ ਲੋਕ ਪੱਖੀ ਸਰਕਾਰ ਮਿਲੀ ਹੋਈ ਆ, ਉਹਦੀਆਂ ਕਈ ਘਾਟਾਂ ਹੋਣਗੀਆਂ, ਪਰ ਜਿੱਥੇ ਨਸਲਵਾਦ ਦੇ ਖਿਲਾਫ ਟਰੂਡੋ ਨੇ ਸਟੈਂਡ ਲਿਆ, ਚੀਨੀ ਭਾਈਚਾਰੇ ਦੇ ਲੋਕਾਂ ਦੇ ਹੱਕ 'ਚ ਖੜਾ ਹੋਇਆ ਇਸ ਸੰਕਟ ਦੀ ਘੜੀ ਵਿੱਚ, ਉਸ ਮੌਕੇ ਤੇ ਤੁਸੀਂ ਇਹ ਵੇਖੋ ਕਿ ਉਹ ਤੁਹਾਨੂੰ ਸਹਾਇਤਾ ਵੀ ਦੇ ਰਿਹਾ। ਤੁਸੀਂ ਇਹ ਸਵਾਲ ਕਰ ਰਹੇ ਵੀ ਕਿਉਂ ਦਿੱਤੀ ਜਾ ਰਹੀ ਹੈ। ਉਲਟਾ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਹਊਆ ਖੜਾ ਕੀਤਾ ਗਿਆ, ਬਿਜ਼ਨਸ ਖੋਲ ਦਿੱਤੇ ਜਾਣ, ਅਸੀਂ ਨਹੀਂ ਇਸ ਗੱਲ ਨੂੰ ਮੰਨਦੇ ਜੀ। ਮਤਲਬ ਕਹਿੰਦਾ ਕਿ ਤੁਸੀਂ ਕਿੱਡੇ ਕੁ ਸਿਆਣੇ ਹੋ ਗਏ ਉੱਥੇ, ਤੁਹਾਡੇ ਕੋਲ ਕਿਸ ਆਧਾਰ 'ਤੇ ਤੁਸੀਂ ਇਹ ਗੱਲਾਂ ਕਹੀ ਜਾ ਰਹੇ ਹੋ। ਔਰ ਟਰੰਪ ਦੇ ਸਪੋਰਟਰ ਉੱਥੇ ਅਮਰੀਕਾ ਦੇ ਵਿੱਚ ਸ਼ਰੇਆਮ ਕਹਿ ਰਹੇ ਨੇ ਕਿ ਜਿਹੜਾ ਲਾਕਡਾਊਨ ਅਸਤਾ ਅਸੀਂ ਵਿਰੋਧ ਕਰਦੇ ਹਾਂ, ਜਿਹੜਾ ਬਿਜ਼ਨਸ ਦੁਬਾਰਾ ਖੋਲ੍ਹੇ ਜਾਣ, ਰੈਲੀਆਂ ਕੱਢੀਆਂ ਗਈਆਂ। ਇਹ ਵੀ ਕਹਿ ਰਹੇ ਸੀ ਟੀਕੇ ਨਹੀਂ ਲਵਾਉਣੇ, ਟੀਕਾਕਰਨ ਦੇ ਖਿਲਾਫ। ਔਰ ਇਹ ਉਹ ਅਮਰੀਕਾ ਜਿਸ ਨੇ ਤਾਲਿਬਾਨ 'ਤੇ ਹਮਲਾ ਕੀਤਾ, ਇਹ ਕਿਹਾ ਕਿ ਤਾਲਿਬਾਨ ਦੁਨੀਆ ਨੂੰ ਪੱਥਰ ਯੁੱਗ ਵੱਲ ਲੈ ਕੇ ਜਾ ਰਹੇ ਨੇ। ਤੁਹਾਡੇ ਆਪਣੇ ਦੇਸ਼ 'ਚ ਇਹੋ ਜਿਹੇ ਲੋਕ ਬੈਠੇ ਜੀ ਜਿਹੜੇ ਵਿਗਿਆਨ ਤੋਂ ਇਨਕਾਰੀ ਨੇ। ਸੋ ਇਹੋ ਜਿਹੇ ਲੋਕਾਂ ਦੇ ਪ੍ਰਭਾਵ ਥੱਲੇ ਵੀ ਨਾ ਕੋਈ ਆਵੇ, ਸੁਚੇਤ ਰਵੇ। ਤੁਸੀਂ ਆਪਣਾ ਦਿਮਾਗ ਆਪ ਵਰਤੋ, ਜੋ ਵਿਗਿਆਨੀ ਹੈ, ਡਾਕਟਰ ਕਹਿ ਰਹੇ ਉਹਨਾਂ ਦੀ ਗੱਲ ਸੁਣੋ ਜੀ। ਲੀਡਰ ਕੀ ਕਹਿ ਰਹੇ, ਗੱਲਾਂ ਬਾਅਦ 'ਚ ਆਉਂਦੀਆਂ। ਇਹ ਵੀ ਅਫਸੋਸ ਦੀ ਗੱਲ ਹੈ ਕਿ ਇਹੋ ਜਿਹੀ ਬਹਿਸ ਵੀ ਚਲਾਈ ਜਾ ਰਹੀ ਹੈ ਬੜਾ ਮਿੱਥ ਕੇ, ਜਿਹਦੇ ਨਾਲ ਇਹੋ ਜਿਹੇ ਅਸਲ ਮੁੱਦਿਆਂ ਦੇ ਕਿੰਤੂ ਪਰੰਤੂ ਕਰਨ ਦੀ ਥਾਂ 'ਤੇ ਲੋਕ ਹੋਰ ਪਾਸੇ ਉਲਝੇ ਰਹਿਣ। ਇਹ ਹੈ ਜਾਂ ਨਹੀਂ ਹੈ, ਇਹ ਵੀ ਬਹੁਤ ਸਮੇਂ ਦੀ ਖਰਾਬੀ ਕਰ ਰਿਹਾ। ਮੇਰੇ ਨਹੀਂ ਖਿਆਲ ਤੁਹਾਡਾ ਇਸ ਬਾਰੇ ਕੀ ਕਹਿਣਾ। ਨਹੀਂ, ਸੱਚਾਈ ਹੈ ਜੀ, ਇਹ ਹੋ ਰਿਹਾ। ਤੇ ਇੱਥੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਇਸ ਵੇਲੇ ਨਿਰੰਤਰਤਾ ਦੇ ਵਿੱਚ ਦੇਖ ਰਹੇ ਹਾਂ, ਅਫਸੋਸਨਾਕ ਹੈ ਜਦੋਂ ਇਸ ਵੇਲੇ ਲੋਕਾਂ ਨੂੰ ਉਹਨਾਂ ਦੀਆਂ ਲੋੜਾਂ ਦੇ ਅਨੁਸਾਰ ਜਾਂ ਜਿਹੜੇ ਚੁਣੌਤੀਆਂ ਉਹਨਾਂ ਦੇ ਅਨੁਸਾਰ ਕਿਤੇ ਨਾ ਕਿਤੇ ਕੋਈ ਬਣਦਾ ਮੁਆਵਜ਼ਾ, ਹੱਕ ਜਾਂ ਉਹਨਾਂ ਦੇ ਲਈ ਇਸ ਲੋੜਵੰਦਾਂ ਨੂੰ ਮਦਦ ਦਿੱਤੀ ਜਾਵੇ। ਪਰ ਉਸ ਦੇ ਨਾਲ ਇੱਕ ਹੋਰ ਅਫਸੋਸਨਾਕ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੇ ਦੁਰਉਪਯੋਗ ਜਿਹੜਾ ਕੀਤਾ, ਉਹ ਵੀ ਆਪਣੇ ਆਪ ਸੱਦਾ ਦੇ ਰਹੇ ਨੇ ਫਿਰ ਉਹੋ ਜਿਹੇ ਸਿਸਟਮ ਨੂੰ, ਜਿਹੜੇ ਸਿਸਟਮ ਨੂੰ ਅਸੀਂ ਨਿੰਦਦੇ ਹਾਂ, ਜਿਨ੍ਹਾਂ 'ਚ ਬੇਈਮਾਨੀ, ਕਰਪਸ਼ਨ ਆ ਰਿਹਾ, ਜਾਂ ਭਾਈ ਭਤੀਜਾਵਾਦ ਆ ਰਿਹਾ, ਜਾਂ ਰੰਗ ਨਸਲ ਵੇਖ ਕੇ ਫਾਇਦੇ ਜਾਂ ਨੁਕਸਾਨ, ਕਿਸੇ ਦਾ ਹਮਦਰਦੀ ਕਰਨਾ ਜਾਂ ਕਿਸੇ ਨੂੰ ਮਾੜਾ ਕਹਿਣਾ। ਜੇ ਕੋਈ ਇਸ ਤਰ੍ਹਾਂ ਨਹੀਂ ਹੋ ਰਿਹਾ ਤਾਂ ਉਸ ਨੂੰ ਹਾਲਾਤ ਨੂੰ ਵਿਗਾੜੀਏ ਨਾ। ਦੇਖੋ, ਇਹਨਾਂ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ। ਮਿਸਾਲ ਦੇ ਤੌਰ 'ਤੇ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਨ੍ਹਾਂ ਦੇ ਕੰਮ ਮਾਲਕ ਪੈਸੇ ਨਹੀਂ ਦੇ ਸਕਦੇ, ਜਿਨ੍ਹਾਂ ਦਾ ਕੰਮ ਟੁੱਟ ਗਿਆ, ਉਹਨਾਂ ਨੂੰ 2-2000 ਦੀ ਇਮਦਾਦ ਅਸੀਂ ਦੇਵਾਂਗੇ ਜੀ। ਤੁਹਾਡੇ ਕੋਲ ਆਪਸ਼ਨ ਹੈ, ਜੇ ਤਾਂ ਤੁਹਾਡੇ ਕੰਮ ਮਾਲਕ ਕਹਿੰਦੇ ਸਾਨੂੰ ਫਾਇਰ ਨਹੀਂ ਕਰ ਰਹੇ, ਤੁਸੀਂ ਕੰਮ ਕਰੀ ਚੱਲੋ, ਤਾਂ ਉਹ ਸਭ ਤੋਂ ਵਧੀਆ ਚੀਜ਼ ਹੈ, ਤੁਸੀਂ ਕਰੀ ਚੱਲੋ। ਸੇਫਟੀ ਦਾ ਯਕੀਨ ਬਣਾਓ ਕਿ ਸੇਫਟੀ ਹੈ ਕਿ ਨਹੀਂ ਹੈ। ਜੇ ਸੇਫਟੀ ਨਹੀਂ ਹੈ ਫਿਰ ਤੁਹਾਨੂੰ ਹੱਕ ਹੈ ਨਾ ਕਰਨ ਦਾ। ਪਰ ਤੁਸੀਂ ਇਹ ਸੋਚੋ ਕਿ ਮੈਂ ਉੱਥੇ ਵੀ ਕੰਮ ਕਰੀ ਜਾਵਾਂ, ਇੱਥੋਂ ਵੀ ਫਾਇਦਾ ਲੈ ਲਵਾਂ, ਇਹੋ ਜਿਹੀਆਂ ਜੇ ਗੱਲਾਂ ਲੁੰਬੜ ਚਾਲਾਂ ਚੱਲ ਰਹੇ ਹੋ, ਜਾਂ ਕੰਮ ਮਿੱਥ ਕੇ ਛੱਡ ਕੇ ਇੱਥੋਂ ਪੈਸੇ ਤੁਹਾਨੂੰ ਵੱਧ ਮਿਲਦੇ ਆ ਜੀ, ਕੱਲ੍ਹ ਨੂੰ ਟੈਕਸ ਵੀ ਤੁਹਾਨੂੰ ਦੇਣੇ ਪੈਣੇ। ਸਰਕਾਰ ਨੇ ਪੈਸੇ ਤੁਹਾਡੇ ਤੋਂ ਵਾਪਸ ਲੈਣੇ ਆ, ਇਹ ਮੰਨ ਕੇ ਚੱਲੋ। ਕੋਈ ਕੁਬੇਰ ਦਾ ਖਜ਼ਾਨਾ ਨਹੀਂ ਟਰੂਡੋ ਕੋਲ ਕਿ ਉੱਥੋਂ ਕੱਢ ਕੇ ਤੁਹਾਨੂੰ ਦੇਤੇ। ਤੁਹਾਡੀ ਜ਼ਿੰਮੇਵਾਰੀ ਸਾਰੇ ਸਮਾਜ ਦੀ ਬਣਦੀ ਆ। ਇਹ ਤਾਂ ਮਤਲਬ ਇੱਕ ਸਿੰਪਲ ਜਿਹੀ ਗੱਲ ਹੈ, ਜੇ ਤੁਸੀਂ ਇੰਨੀ ਗੱਲ ਨੂੰ ਸਮਝ ਨਹੀਂ ਰਹੇ। ਪਰ ਜਿਹੜਾ ਇੱਕ ਹੋਰ ਪੱਖ ਹੈ ਕਿ ਜਿਹੜਾ ਘੱਟ ਗਿਣਤੀਆਂ ਨੂੰ ਇੱਕ ਦੋਹਰੀ ਮਾਰ ਚੱਲਣੀ ਪੈ ਰਹੀ ਹੈ ਇਸ ਮੌਕੇ 'ਤੇ। ਇੱਕ ਤਾਂ ਜਿਵੇਂ ਚੀਨੀ ਭਾਈਚਾਰੇ ਦੀ ਅਸੀਂ ਗੱਲ ਕਰੀਏ, ਇੱਕ ਪਾਸੇ ਤਾਂ ਉਹਨਾਂ 'ਤੇ ਦੋਸ਼ ਕਿ ਤੁਸੀਂ ਬਿਮਾਰੀ ਲੈ ਕੇ ਆਏ ਜੀ, ਉਹਨਾਂ ਨੂੰ ਬੇਇੱਜ਼ਤ ਤੁਸੀਂ ਕਰ ਰਹੇ ਹੋ। ਦੂਜੇ ਪਾਸੇ ਘੱਟ ਗਿਣਤੀਆਂ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ, ਕਿਉਂਕਿ ਇਹੋ ਜਿਹੀ ਥਾਂ 'ਤੇ ਉਹੀ ਬਹੁਤੇ ਕੰਮ ਕਰ ਰਹੇ ਨੇ ਜਿੱਥੇ ਹੋਰ ਕੋਈ ਕੰਮ ਕਰਨ ਨੂੰ ਤਿਆਰ ਨਹੀਂ। ਫਿਰ ਤੁਸੀਂ ਵੇਖ ਲਓ ਕਿ ਜਿਹੜੇ ਰਿਫਿਊਜੀ ਇਮੀਗ੍ਰੈਂਟ ਆਏ, ਉਹਨਾਂ ਨੂੰ ਕੰਮ ਅਜੇ ਆ ਕੇ ਪੈਰ ਵੀ ਨਹੀਂ ਸੀ ਲੱਗੇ ਅਤੇ ਕੰਮ ਟੁੱਟ ਗਏ।
ਤੇ ਉਹ ਕਿਸੇ ਇਸ ਤਰ੍ਹਾਂ ਦੀ ਕੈਟਾਗਰੀ 'ਚ ਵੀ ਨਹੀਂ ਆਉਂਦੇ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਸੋ ਘੱਟ ਗਿਣਤੀਆਂ ਉੱਤੇ ਦੋਹਰੀ ਮਾਰ ਪੈ ਰਹੀ ਇਸ ਗੱਲ ਦੀ। ਇਹੋ ਜਿਹੇ ਮੁੱਦਿਆਂ 'ਤੇ ਸਾਨੂੰ ਗੱਲ ਕਰਨੀ ਚਾਹੀਦੀ, ਬਜਾਏ ਅਸੀਂ ਕਿ ਆਹ ਜਿਹੜੀਆਂ ਕੌਨਸਪੀਰੇਸੀ ਥਿਊਰੀਆਂ, ਕਦੇ ਇਹ ਨਹੀਂ ਮੰਨਣਾ ਉਹ ਨਹੀਂ ਮੰਨਣਾ। ਉਲਟ ਗੱਲ ਇਹ ਵੀ ਹੋ ਰਹੀ ਕਿ ਜਿਹੜੇ ਮੂਲ ਵਾਸੀਆਂ ਬਾਰੇ ਵੀ ਸਹੀ ਅੰਕੜੇ ਪੇਸ਼ ਨਹੀਂ ਹੋ ਰਹੇ। ਦੂਰ ਦਰਾੜੇ ਮੂਲ ਵਾਸੀਆਂ ਦੇ ਇਲਾਕਿਆਂ ਦੇ ਵਿੱਚ ਕਿੰਨੀ ਬਿਮਾਰੀ ਫੈਲੀ ਹੈ, ਕਿੰਨੇ ਲੋਕਾਂ ਦੀ ਟੈਸਟਿੰਗ ਹੋਈ ਹੈ, ਸਹੀ ਅੰਕੜੇ ਪੇਸ਼ ਨਹੀਂ ਹੋ ਰਹੇ। ਸੋ ਇਹ ਸਾਰੀਆਂ ਗੱਲਾਂ ਉੱਤੇ ਸਾਨੂੰ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ, ਜਵਾਬਦੇਹੀ ਬਣਾਉਣੀ ਜ਼ਰੂਰੀ ਹੈ। ਇੱਕ ਜਿਹੜੀ ਅਸੀਂ ਅਕਸਰ ਜਿਵੇਂ ਗੱਲਾਂ ਜ਼ਿਕਰ ਕੀਤਾ ਕਿ ਸਮਾਜ ਦੇ ਉਹ ਲੋਕ ਇਸ ਵੇਲੇ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਅਗਾਂਹ ਵਧੂ ਨੇ, ਉਹਨਾਂ ਲੋਕਾਂ ਨੂੰ ਚਾਹੀਦਾ ਕਿ ਉਹ ਜ਼ਰੂਰ ਅੱਗੇ ਆਉਣ, ਇਹਨਾਂ ਗਲਤ ਹਾਲਾਤ ਦੇ ਪ੍ਰਤੀ ਆਪਣੀਆਂ ਟਿੱਪਣੀਆਂ ਵੀ ਕਰਨ, ਇਹਨਾਂ ਦੇ ਬਾਰੇ ਲਿਖਣ ਵੀ, ਇਹਨਾਂ ਨੂੰ ਰੋਕਣ ਵੀ। ਪਰ ਮੈਂ ਕਈ ਵਾਰੀ ਇਸ ਗੱਲ 'ਤੇ ਬੜਾ ਅਫਸੋਸ ਮਹਿਸੂਸ ਹੁੰਦਾ ਕਿ ਅੱਜ ਜੇ ਇਹ ਤਾਨਾਸ਼ਾਹ ਲੋਕ ਜਿਹੜੀਆਂ ਹਕੂਮਤਾਂ ਦੇ ਆਸਰੇ 'ਤੇ ਘੱਟ ਗਿਣਤੀਆਂ ਨਾਲ ਕਰੋਨਾ ਦੇ ਆੜ ਦੇ ਵਿੱਚ ਨਫ਼ਰਤ ਕਰ ਰਹੇ ਨੇ, ਉਸ ਵੇਲੇ ਉਹ ਕਲਮਾਂ ਖੁੰਡੀਆਂ ਹੋ ਗਈਆਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਅਵਾਰਡ ਹੀ ਕਲਮਾਂ ਨੇ, ਜਾਂ ਜਿਹੜੇ ਇਸ ਗੱਲ ਦੇ ਦਾਅਵਾ ਕਰਦੇ ਨੇ ਕਿ ਸਾਡੇ ਵਰਗੇ ਕੋਈ ਨਹੀਂ, ਅਸੀਂ ਲੋਕਾਂ ਦੇ ਹੱਕ 'ਚ ਬੋਲਦੇ ਹਾਂ। ਜਦੋਂ ਇਸ ਤਰ੍ਹਾਂ ਦਾ ਵਿਤਕਰਾ ਹੋ ਰਿਹਾ, ਚਾਹੇ ਕੈਨੇਡਾ 'ਚ, ਅਮਰੀਕਾ 'ਚ, ਇੰਡੀਆ 'ਚ ਜਾਂ ਦੁਨੀਆ 'ਚ ਕਿਤੇ ਵੀ, ਪਾਕਿਸਤਾਨ, ਮੱਧ ਏਸ਼ੀਆ ਜਾਂ ਹੋਰਨਾਂ ਮੁਲਕਾਂ ਦੇ ਵਿੱਚ, ਤੁਸੀਂ ਇਜ਼ਰਾਈਲ ਦੀ ਗੱਲ ਕੀਤੀ ਹੈ, ਫਲਸਤੀਨ ਦੀ ਗੱਲ ਕੀਤੀ ਹੈ, ਜਾਂ ਹੋਰਨਾਂ ਜਗ੍ਹਾਵਾਂ ਦੀ ਗੱਲ ਕੀਤੀ ਹੈ, ਤਾਂ ਸਾਡਾ ਉਹ ਵਰਗ ਜਿਹੜਾ ਹੈ ਉਹ ਵਰਗ ਕਿੱਥੇ ਹੈ? ਕੇਵਲ ਉਦੋਂ ਹੀ ਕਿ ਜਦੋਂ ਮਸ਼ੂਕ ਦੇ ਚੁੰਨੀ ਦੇ ਵਿੱਚ ਜਾਂ ਉਸ ਦੇ ਜ਼ੁਲਫਾਂ ਦੇ ਵਿੱਚ ਚੰਨ ਤੋੜ ਕੇ ਸਜਾਉਣਾ ਉਹੀ ਵਧੀਆ, ਜਾਂ 70-80 ਸਾਲ ਦੀ ਉਮਰ 'ਚ ਮੂੰਹ 'ਚ ਦੰਦ ਨਹੀਂ ਹੁੰਦੇ ਤਾਂ ਉਦੋਂ ਇਸ਼ਕ ਦੇ ਗੁਣ ਗਾਇਨ ਕਰਨ ਦੀਆਂ ਗਜ਼ਲਾਂ ਲਿਖੀਆਂ ਜਾਂਦੀਆਂ ਨੇ। ਯਾਰੋ ਇਸ ਵੇਲੇ ਵੀ ਕੋਈ ਨਾ ਕੋਈ ਲਿਖੋ, ਉਹਨਾਂ ਤਾਕਤਾਂ ਨੂੰ ਚੁਣੌਤੀ ਦਿਓ ਜਿਹੜੀਆਂ ਤਾਕਤਾਂ ਇਸ ਵੇਲੇ ਮਨੁੱਖਤਾ ਦੇ ਮੱਥੇ 'ਤੇ ਕਲੰਕ ਲਾ ਰਹੀਆਂ ਨੇ। ਦੁਨੀਆ ਮਰ ਰਹੀ ਹੈ, ਕਰੋਨਾ ਕੋਈ ਨਫ਼ਰਤ ਦਾ ਆਪਸ ਵਿੱਚ ਵਿਤਕਰਾ ਨਹੀਂ ਕਰ ਰਿਹਾ, ਸਾਰਿਆਂ ਨੂੰ ਮਾਰ ਰਿਹਾ, ਤੇ ਅਸੀਂ ਉਸ ਵੇਲੇ ਦੇਖ ਰਹੇ ਹਾਂ ਕਿ ਸਾਡੀ ਸਰਕਾਰ ਜਿਹੜੀ ਹੈ, ਹਕੂਮਤ ਹੈ, ਅਸੀਂ ਉਹਦੇ ਸੋਲੇ ਗਾਉਣੇ ਆ ਜਾਂ ਉਹਨਾਂ ਤਾਹਾਂ ਸ਼ਾਹਾਂ ਨੂੰ ਪ੍ਰਮੋਟ ਕਰਨਾ। ਦੇਖੋ, ਦੋ ਤਿੰਨ ਗੱਲਾਂ ਤੇ ਬੜੀਆਂ ਜਿਹੜੀ ਤਕਲੀਫ ਦੇ ਨੇ। ਜੀ, ਹੁਣ ਜਿਹੜੇ ਖਾਸ ਤੌਰ ਤੇ ਖਾਂਦੀ ਪੀਂਦੀ ਕਲਾਸ ਦੇ ਲੋਕ ਨੇ, ਜਿਨ੍ਹਾਂ ਕੋਲ ਸਾਰੇ ਜਿਹਨੂੰ ਕਿ ਸਾਧਨ ਨੇ, ਹੈ ਨਾ, ਫੋਨ ਵੀ ਹੈ, ਸਭ ਕੁਛ ਹੈ, ਉਹ ਜ਼ੋਰ ਕਿਸ ਗੱਲ ਤੇ ਦੇ ਰਹੇ? ਅੱਜ ਹੀ ਮੋਦੀ ਸਾਹਿਬ ਨੇ ਕਹਿਤਾ ਰਾਤੀ ਮੋਮਬੱਤੀਆਂ ਬਾਲੋ, ਮੋਮਬੱਤੀ ਬਾਲ ਕੇ ਫੋਟੋ ਚਾੜਦੀ, ਦੇਖੋ ਜੀ ਅਸੀਂ ਵੀ ਘਰ ਬੈਠੇ ਹਾਂ, ਘਰ ਰਹੋ, ਸੁਚੇਤ ਰਹੋ, ਸਾਵਧਾਨ ਰਹੋ, ਸੁਰੱਖਿਅਤ ਰਹੋ। ਇਹ ਗੱਲਾਂ ਤੇ ਹੋ ਰਹੀਆਂ। ਹਾਂ, ਇੱਕ ਲੈਵਲ 'ਤੇ ਗੱਲ ਠੀਕ ਵੀ ਹੈ ਕਿ ਚਲੋ ਠੀਕ ਹੈ, ਤੁਸੀਂ ਲੋਕਾਂ ਨੂੰ ਜਾਨਾਂ ਬਚਾਉਣੀਆਂ, ਵਧੀਆ ਸੁਨੇਹਾ। ਦੂਜੇ ਪਾਸੇ ਦਿੱਕਤ ਵੀ ਹੈ ਸੁਨੇਹੇ ਦੇ ਵਿੱਚ। ਉਹ ਦਿੱਕਤ ਇਹ ਹੈ ਕਿ ਜਿਹੜੀਆਂ ਹੋਰ ਗੱਲਾਂ ਹੋ ਰਹੀਆਂ ਉਹ 'ਤੇ ਤੁਸੀਂ ਕਦੇ ਨਹੀਂ ਬੋਲਦੇ। ਜਿਵੇਂ ਹੁਣ ਘਰੇਲੂ ਹਿੰਸਾ ਵੱਧ ਗਈ ਹੈ। ਬੜੀ ਸ਼ਰਮ ਦੀ ਗੱਲ ਹੈ ਕਿ ਵੀ ਜੇ ਮਰਦ ਨੂੰ ਘਰ ਰਹਿਣਾ ਪੈ ਰਿਹਾ, ਮਾਫ਼ ਕਰਨਾ, ਔਰਤਾਂ ਨੂੰ ਵੀ ਘਰ ਰਹਿਣਾ ਪੈ ਰਿਹਾ। ਹਾਂ, ਇਹ ਕੋਈ ਮਰਦ ਨੇ ਲਾਇਸੈਂਸ ਲੈ ਲਿਆ ਕਿ ਮੈਂ ਇਸ ਮੌਕੇ 'ਤੇ ਆਪਣਾ ਗੁੱਸਾ ਔਰਤ 'ਤੇ ਕੱਢਣਾ ਹੀ ਕੱਢਣਾ? ਘਰੇਲੂ ਹਿੰਸਾ ਦਾ ਸ਼ਿਕਾਰ ਵੱਧ ਤੋਂ ਵੱਧ ਔਰਤਾਂ ਹੋ ਰਹੀਆਂ। ਕਿੰਨੇ ਕੁ ਲੋਕਾਂ ਨੇ, ਮੈਂ ਸਾਡੇ ਭਾਈਚਾਰੇ ਦੇ ਕੁਝ ਗਿਣਵੇਂ ਚੁਣਵੇਂ ਨਾਂ ਨੇ, ਉਹਨਾਂ ਨੇ ਛੋਟੀਆਂ ਛੋਟੀਆਂ ਫਿਲਮਾਂ ਬਣਾਈਆਂ। ਹਾਂ, ਇਹ ਸੁਨੇਹਾ ਦੇਣ ਲਈ ਕਿ ਲੋਕ ਘਰ ਰਹਿਣ, ਬਿਮਾਰੀ ਨਾ ਫੈਲਾਉਣ। ਬੜੀ ਖੁਸ਼ੀ ਦੀ ਗੱਲ ਆ। ਪਰ ਮੈਂ ਕੋਈ ਇਹੋ ਜਿਹੀ ਫਿਲਮ ਨਹੀਂ ਵੇਖੀ ਜਿਸ ਵਿੱਚ ਇਹ ਸਵਾਲ ਉਠਾਏ ਗਏ ਕਿ ਔਰਤਾਂ 'ਤੇ ਹਿੰਸਾ ਵਧੀ ਹੈ, ਜਾਂ ਚੀਨੀ ਭਾਈਚਾਰੇ 'ਤੇ ਜ਼ੁਲਮ ਹੋਇਆ, ਜਾਂ ਤਬਲੀਗੀਆਂ ਦੇ ਨਾਂ 'ਤੇ ਮੁਸਲਮਾਨਾਂ 'ਤੇ ਹੋਇਆ। ਕਿੰਨੀਆਂ ਕੁ ਫਿਲਮਾਂ ਬਣੀਆਂ ਇੱਦਾਂ ਦੀਆਂ? ਸੱਚ, ਬਾਲੀਵੁੱਡ ਜਾਂ ਹਾਲੀਵੁੱਡ ਦੀ ਕਿੰਨੀਆਂ ਹਸਤੀਆਂ ਜਿਹੜੀਆਂ ਨਿੱਠ ਕੇ ਸਾਹਮਣੇ ਆਈਆਂ। ਬਹੁਤ ਥੋੜੇ ਲੋਕ ਨੇ। ਬਿਲਕੁਲ, ਮੁੱਖ ਤੌਰ 'ਤੇ ਇਹੀ ਸੁਨੇਹਾ, ਘਰ ਰਹੋ, ਸੁਰੱਖਿਅਤ ਰਹੋ, ਤੇ ਆਪਣੇ ਬੱਚਿਆਂ 'ਚ ਰਹੋ, ਬਿਮਾਰੀ ਨਾ ਫੈਲਾਓ ਜੀ। ਪਰ ਜਿਹੜੀ ਦੂਜੀ ਜ਼ਿੰਮੇਵਾਰੀ ਹੈ ਉਸ ਤੋਂ ਪਾਸਾ ਵੱਟਿਆ ਗਿਆ। ਇਹ ਬਹੁਤ ਵੱਡਾ ਅਫਸੋਸ ਹੈ ਮੈਨੂੰ ਇਸ ਗੱਲ ਦਾ। ਸੱਚਾਈ ਹੈ ਜੀ। ਇਹ ਜਿਹੜਾ ਮਈ ਮਹੀਨੇ ਦੇ ਪ੍ਰਸੰਗ ਦੇ ਵਿੱਚ ਤੇ ਉਹਨਾਂ ਸਾਰੇ ਵਿਸ਼ਿਆਂ ਨੂੰ ਤੁਸੀਂ ਆਪਣੀ ਗੱਲਬਾਤ 'ਚ ਸਮੇਟਿਆ। ਖਾਸ ਤੌਰ 'ਤੇ ਜਿਹੜਾ ਇਸ ਵੇਲੇ ਬਹੁਤ ਆਦ ਦੇ ਵਿੱਚ ਦੇਸ਼ਾਂ ਦੀਆਂ ਘੱਟ ਗਿਣਤੀਆਂ ਜਾਂ ਉਹਨਾਂ ਲੋਕਾਂ ਦੇ ਨਾਲ ਜਿਹੜੇ ਪੀੜਤ ਵਰਗ ਨਾਲ ਸ਼ਾਮਿਲਤ ਨੇ, ਉਹਨਾਂ ਦੀ ਆਵਾਜ਼ ਕੋਈ ਬਣਦਾ ਨਹੀਂ, ਉਸ ਬਾਰੇ ਗੱਲ ਕੀਤੀ ਹੈ। ਉਹਨਾਂ ਹਕੂਮਤਾਂ ਨੂੰ ਲਾਹਨਤਾਂ ਪਾਈਆਂ ਜਿਹੜੀਆਂ ਇਸ ਗੱਲ ਨੂੰ ਪ੍ਰਮੋਟ ਕਰ ਰਹੀਆਂ ਨੇ, ਰੋਕਦੀਆਂ ਨਹੀਂ। ਅਖੀਰਲੇ 1 ਮਿੰਟ 'ਚ ਕੀ ਕਹਿਣਾ ਚਾਹੋਗੇ? ਅਖੀਰ 'ਚ ਮੈਨੇ ਕਹੂੰ, ਗੁਰਨਾਮ ਸਿੰਘ ਜੀ, ਤੁਸੀਂ ਹੋਏ, ਮੈਂ ਹੋਇਆ, ਕੋਈ ਵੀ ਇੱਥੇ ਰਹਿ ਰਿਹਾ ਜੀ, ਜਿਨ੍ਹਾਂ ਕੋਲ ਸਾਰੀਆਂ ਸੁਵਿਧਾਵਾਂ ਨੇ ਜੀ, ਆਪਣੀ ਸੁਵਿਧਾਵਾਂ ਦਾ ਘੱਟੋ ਘੱਟ ਇੰਨਾ ਜ਼ਰੂਰ ਫਾਇਦਾ ਚੁੱਕੋ ਕਿ ਜਿਹੜੇ ਉਹ ਲੋਕ ਨੇ ਜਿਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਜਾਂ ਜਿਨ੍ਹਾਂ ਦੇ ਕਿੱਸੇ ਕਹਾਣੀਆਂ ਸਾਹਮਣੇ ਨਹੀਂ ਆ ਰਹੇ, ਜਾਂ ਜਿਨ੍ਹਾਂ ਤਕਲੀਫਾਂ ਵੱਲ ਗੱਲ ਘੱਟ ਹੋ ਰਹੀ ਹੈ ਜੀ, ਉਸ ਪਾਸੇ ਲੋਕਾਂ ਨੂੰ ਹਲੂਣਾ ਦਿਓ, ਸੰਵੇਦਨਾ ਲੋਕਾਂ ਦੀ ਜਗਾਓ। ਇੰਨਾ ਕੁ ਜ਼ਰੂਰ ਤੁਸੀਂ ਕਰੋ। ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਸਮੂਹ ਦਰਸ਼ਕਾਂ ਦੇ ਨਾਲ ਅਖੀਰ 'ਚ ਇੱਕ ਵਾਰ ਫਿਰ ਇਹ ਗੱਲਬਾਤ, ਇਹ ਸੰਕਟ ਜਿਹੜਾ ਆਇਆ ਇਸ ਨੇ ਟਲ ਜਾਣਾ, ਪਰ ਇਸ ਸੰਕਟ ਦੇ ਨਾਲ ਜਿਹੜੇ ਹੋਰ ਸੰਕਟ ਅਸੀਂ ਪੈਦਾ ਕਰ ਰਹੇ ਹਾਂ ਉਹਨਾਂ ਤੋਂ ਸੁਚੇਤ ਰਹੀਏ। ਦਿਲ 'ਚ ਨਫ਼ਰਤ ਪੈਦਾ ਕਰਨੀ, ਵਿਰੋਧ ਪੈਦਾ ਕਰਨਾ, ਜਾਂ ਹੋਰਨਾਂ ਘੱਟ ਗਿਣਤੀਆਂ ਦੇ ਪ੍ਰਤੀ ਉਹਨਾਂ 'ਤੇ ਟੀਕਾ ਟਿੱਪਣੀਆਂ ਕਰਨੀਆਂ, ਇਸ ਸਮੇਂ ਸਾਨੂੰ ਉਹਨਾਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਜਿਹੜੇ ਜ਼ਖਮ ਅਸੀਂ ਅੱਜ ਦੇ ਰਹੇ ਹਾਂ, ਹੌਲੀ ਹੌਲੀ ਇਹ ਨਾਸੂਰ ਬਣਨਗੇ, ਨਫ਼ਰਤ ਹੋਰ ਵਧੇਗੀ, ਦੁਸ਼ਮਣੀਆਂ ਪੈਣਗੀਆਂ। ਮੁਲਕਾਂ ਦੇ ਵਿੱਚ ਵਸਦੇ ਘੱਟ ਗਿਣਤੀ ਲੋਕ, ਭਾਈਚਾਰੇ ਜਾਂ ਘਰੇ ਹਿੰਸਾ ਦਾ ਜਿਹੜਾ ਮਾਹੌਲ ਹੈ, ਪਰਿਵਾਰਾਂ ਦੇ ਉੱਪਰ ਇਸ ਦਾ ਬੋਝ ਪਏਗਾ। ਜਿਹੜੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰ-ਬਾਰ ਪਰਿਵਾਰ ਛੱਡ ਕੇ
ਦਸਾਂ ਨੋਹਾਂ ਦੀ ਕਿਰਤ ਨੂੰ ਵੰਡ ਰਹੇ ਨੇ, ਸੇਵਾ ਕਰ ਰਹੇ ਨੇ, ਸਰਬੱਤ ਦੇ ਭਲੇ ਲਈ ਲੜ ਰਹੇ ਨੇ, ਉਹਨਾਂ ਦਾ ਸਤਿਕਾਰ ਕਰੋ। ਉਹਨਾਂ ਡਾਕਟਰਾਂ ਦਾ, ਉਹਨਾਂ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਲੋਕ ਨੇ, ਨਰਸਾਂ ਤੋਂ ਲੈ ਕੇ ਸਾਰੇ ਜਿਹੜੇ ਕਿ ਆਪਣੀ ਜਾਨ ਦਾਅ 'ਤੇ ਲਾ ਕੇ ਲੜ ਰਹੇ ਨੇ, ਉਹਨਾਂ ਦਾ ਸਤਿਕਾਰ ਕਰੋ। ਉਹਨਾਂ ਲੋਕਾਂ ਦਾ ਜਿਹੜੇ ਕਿ ਆਪਣੇ ਇਸ ਵੇਲੇ ਵੱਖ-ਵੱਖ ਪੱਧਰ 'ਤੇ ਸੇਵਾਵਾਂ ਦੇ ਵਿੱਚ ਸਮਰਪਿਤ ਨੇ, ਉਹਨਾਂ ਦਾ ਸਤਿਕਾਰ ਕਰੋ। ਪਰ ਨਾਲ ਉਹਨਾਂ ਦਾ ਵਿਰੋਧ ਵੀ ਕਰੋ ਜਿਹੜੇ ਕਿ ਇਸ ਵੇਲੇ ਹਕੂਮਤਾਂ ਦਾ ਜਾਂ ਨਕਾਬ ਪਹਿਨ ਕੇ ਜਾਂ ਫਿਰ ਨਸਲਵਾਦ ਨੂੰ ਜਿਹੜਾ ਹੈ ਆਪਣੇ ਪੱਧਰ 'ਤੇ ਫੈਲਾ ਕੇ ਜ਼ਹਿਰੀਲਾ ਮਾਹੌਲ ਜਿਹੜਾ ਪੈਦਾ ਕਰ ਰਹੇ ਨੇ। ਸਾਡੇ ਸਾਹਿਤਕਾਰਾਂ ਦਾ ਵੀ ਫਰਜ਼ ਹੈ, ਲੇਖਕਾਂ ਦਾ, ਬੁੱਧੀਜੀਵੀਆਂ ਦਾ, ਤਾਂ ਹੀ ਅਸੀਂ ਉਹਨਾਂ ਦੀ ਕਦਰ ਕਰਦੇ ਹਾਂ। ਫਿਰ ਕਹਿੰਦੇ ਸਾਡੀਆਂ ਕਵਿਤਾਵਾਂ ਨਹੀਂ ਕੋਈ ਪੜ੍ਹਦਾ। ਪੜ੍ਹੇ ਕੀ ਤੁਹਾਡੀਆਂ ਕਵਿਤਾਵਾਂ? ਜੇ ਤੁਸੀਂ ਲਿਖੋਗੇ ਉਹਨਾਂ ਜ਼ੁਲਮ ਦੇ ਖਿਲਾਫ ਜਿਨ੍ਹਾਂ ਤਾਕਤਾਂ ਨੇ ਇਸ ਵੇਲੇ ਲੋਕਾਂ ਨੂੰ ਕਿਸੇ ਨਾ ਕਿਸੇ ਪੱਧਰ 'ਤੇ ਜ਼ੁਲਮ ਦਾ ਨਿਸ਼ਾਨਾ ਬਣਾਇਆ, ਉਹਨਾਂ ਦੇ ਖਿਲਾਫ ਲਿਖੋ, ਉਹਨਾਂ ਦੇ ਖਿਲਾਫ ਖੁੱਲ੍ਹ ਕੇ ਬੋਲੋ। ਚਾਹੇ ਉਹ ਤਾਕਤ ਦੇ ਵਿੱਚ ਕੋਈ ਵੱਡੇ ਤੋਂ ਵੱਡਾ ਸ਼ਹਿਨਸ਼ਾਹ, ਵੱਡੇ ਤੋਂ ਵੱਡਾ ਤਾਨਾਸ਼ਾਹ ਬੈਠਾ ਹੈ, ਦੇਸ਼ ਦਾ ਮੁਖੀ ਕਿਉਂ ਨਾ ਹੋਵੇ, ਉਸ ਦੇ ਉੱਪਰ ਟੀਕਾ ਟਿੱਪਣੀ ਕਰੋ, ਤਾਂ ਹੀ ਲੋਕਾਂ ਦੇ ਲੇਖਕ ਹੋ। ਨਹੀਂ ਤਾਂ ਤੁਹਾਡੇ ਵਰਗੇ ਬਹੁਤ ਆਏ ਤੇ ਬਹੁਤ ਚਲੇ ਗਏ। ਇਹ ਦਿਨ ਚੰਨ ਤੋੜਨ ਵਾਲੇ ਨਹੀਂ, ਇਹ ਦਿਨ ਲੋਕਾਂ ਦੇ ਨਾਲ, ਲੋਕਾਂ ਦੇ ਦਿਲ ਜੋੜਨ ਵਾਲੇ ਨੇ। ਤਾਂ ਹੀ ਤੁਹਾਨੂੰ ਕਾਬਲੇ ਤਾਰੀਫ ਕੋਈ ਮੰਨੇਗਾ। ਜ਼ੋਰੇ सितम में कोई सानी नहीं तुम्हारा, जोरे सितम से लेकिन मुंह मोड़ना भी सीखो, फिर हम भी मान लेंगे तुम साहिबे हुनर हो। दिल तोड़ना तो सीखा, दिल जोड़ना भी सीखो, दिल जोड़ना भी सीखो। आओ नफरतां नस्लवाद भुला के दिल जोड़न की गल करिए। इन्हां शब्दां दे नाल तुहाडा तहे दिलों शुक्रिया। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।